ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਜਦੋਂ ਅਸੀਂ ਕਿਸੇ ਵਿਅਕਤੀ ਦੀ ਗੱਲ ਕਰਦੇ ਹਾਂ ਤੇ ਉਹ ਵਿਅਕਤੀ ਵਿਸ਼ੇਸ਼ ਹੋ ਜਾਂਦਾ ਹੈ ਤੇ ਫਿਰ ਉਹ ਸ਼ਖਸੀਅਤ ਉੱਭਰ ਕੇ ਇੱਕ ਸਾਹਮਣੇ ਆਉਂਦੀ ਹੈ। ਪਰ ਉਸ ਸ਼ਖਸੀਅਤ ਨੇ ਆਪਣੀ ਜ਼ਿੰਦਗੀ 'ਚ ਕੀ ਸੰਘਰਸ਼ ਕੀਤੇ ਹੁੰਦੇ ਨੇ, ਉਸ ਨੂੰ ਲੈ ਕੇ ਅਸੀਂ ਪ੍ਰੋਗਰਾਮ ਤੁਹਾਡੇ ਰੂਬਰੂ ਕਰ ਰਹੇ ਹਾਂ। ਸ਼ਖਸੀਅਤ, ਜਿਸ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾਕਟਰ ਭੀਮਿੰਦਰ ਸਿੰਘ ਬਾਰੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਸਬਜ਼ੀ ਵੇਚਣ ਵਾਲਾ ਜਾਂ ਫਿਰ ਹੋਰ ਦਿਹਾੜੀ ਮਜ਼ਦੂਰੀ ਕਰਦਾ ਵਿਅਕਤੀ ਕਿਸ ਤਰ੍ਹਾਂ ਡਾਕਟਰ ਦੀ ਡਿਗਰੀ ਤੱਕ ਪਹੁੰਚਿਆ, ਕਿਸ ਤਰ੍ਹਾਂ ਉਸਨੇ ਕਿਤਾਬਾਂ ਲਿਖੀਆਂ ਤੇ ਅੱਜ ਉਹਨਾਂ ਕਿਤਾਬਾਂ ਦੇ ਉੱਤੇ ਵਿਦਿਆਰਥੀ ਜਿਹੜੇ ਨੇ ਵੱਖ-ਵੱਖ ਥਾਵਾਂ ਤੇ ਖੋਜ ਕਾਰਜ ਕਰ ਰਹੇ ਨੇ, ਜਿਹਨੂੰ ਕਹਿ ਲਓ ਕਿ ਐਮਫਿਲ ਕਰਦੇ ਨੇ, PhD ਕਰਦੇ ਨੇ, ਦਰਜਨਾਂ ਕਿਤਾਬਾਂ ਲਿਖ ਦਿੱਤੀਆਂ। ਇੱਕ ਸਧਾਰਨ ਵਿਅਕਤੀ ਕਿਸ ਤਰ੍ਹਾਂ ਇੱਥੇ ਤੱਕ ਪਹੁੰਚਿਆ, ਉਹਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਉਤਰਾਅ ਚੜਾਅ ਹੁੰਦੇ ਨੇ, ਅਸੀਂ ਉਹਨਾਂ ਬਾਰੇ ਜਾਣਾਂਗੇ ਕਿ ਡਾਕਟਰ ਸਾਹਿਬ ਇੱਥੇ ਤੱਕ ਕਿਸ ਤਰ੍ਹਾਂ ਪਹੁੰਚੇ, ਕਿਵੇਂ ਮੁਕਾਮ ਹਾਸਲ ਕੀਤਾ। ਕਿਉਂਕਿ ਬੜਾ ਜ਼ਰੂਰੀ ਹੋ ਜਾਂਦਾ ਜਦੋਂ ਤੁਸੀਂ ਕਿਸੇ ਸ਼ਖਸੀਅਤ ਨੂੰ ਦੇਖਦੇ ਹੋ ਤਾਂ ਉਹਦਾ ਪਿਛੋਕੜ ਜਿਹੜਾ ਜਦੋਂ ਤੁਹਾਨੂੰ ਪਤਾ ਲੱਗਦਾ ਤਾਂ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਕਿ ਅਸੀਂ ਵੀ ਇਸ ਮੁਕਾਮ ਤੱਕ ਪਹੁੰਚ ਸਕਦੇ ਹਾਂ। ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਇਸ ਮੁਕਾਮ ਤੱਕ ਪਹੁੰਚਣਾ ਚਾਹੋ ਤਾਂ ਉਹਦੇ ਵਿੱਚ ਤੁਹਾਨੂੰ ਆਸਾਨੀ ਜਿਹੜੀ ਆ ਉਹ ਕਿਤੇ ਨਾ ਕਿਤੇ ਮਿਲਦੀ ਹੈ। ਇਹ ਕਿਤੇ ਕਰਮਾਂ ਦੀ ਖੇਡ ਹੁੰਦੀ ਹੈ, ਉਹ ਵੱਖਰਾ ਵਿਸ਼ਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀ ਕੁਝ ਕਰਨੇ ਪਏ, ਉਦੋਂ ਅਸੀਂ ਡਾਕਟਰ ਭੀਮਿੰਦਰ ਸਿੰਘ ਕੋਲ ਪਹੁੰਚੇ ਕਿ ਡਾਕਟਰ ਸਾਹਿਬ ਤੁਸੀਂ ਦੱਸੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕੁਝ ਦੇਖਿਆ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕਰਨ ਚੈਨਲ ਪੰਜਾਬੀ ਤੇ। ਸ਼ੁਕਰੀਆ ਸੁਖਵਿੰਦਰ ਜੀ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਦੱਸਿਆ ਕਿ ਇੱਕ ਸਬਜ਼ੀ ਵੇਚਣ ਵਾਲਾ, ਉਸ ਤੋਂ ਪਹਿਲਾਂ ਵੀ ਤੁਹਾਡੀ ਜ਼ਿੰਦਗੀ 'ਚ ਬਹੁਤ ਕੁਝ ਹੋਇਆ ਹੋਣਾ। ਮੈਂ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ ਪੂਰੇ ਵਿਸਤਾਰ ਨਾਲ, ਸ਼ੁਰੂ ਤੋਂ। ਜੇ ਅਸੀਂ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਲਾਈਏ, ਬਚਪਨ ਕਿੱਥੇ ਬੀਤਿਆ, ਪਰਿਵਾਰ ਦਾ ਮਾਹੌਲ ਕਿਸ ਤਰ੍ਹਾਂ ਦਾ ਰਿਹਾ? ਸੁਖਵਿੰਦਰ ਜੀ, ਤੁਸੀਂ ਮੇਰੇ ਬਾਰੇ ਬਹੁਤ ਖੂਬਸੂਰਤ ਔਰ ਮਹੱਤਵਪੂਰਨ ਗੱਲਾਂ ਕੀਤੀਆਂ ਨੇ ਜੀ। ਜਿਵੇਂ ਤੁਸੀਂ ਕਿਹਾ ਕਿ ਕੋਈ ਸ਼ਖਸੀਅਤ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਇੱਕ ਆਪਣੇ ਆਪ ਨੂੰ ਕੋਈ ਸ਼ਖਸੀਅਤ ਨਹੀਂ ਮੰਨਦਾ। ਮੈਂ ਇੱਕ ਆਪਣੇ ਆਪ ਨੂੰ ਬਹੁਤ ਹੀ ਸਧਾਰਨ ਜਿਹਾ ਇੱਕ ਮਨੁੱਖ ਦੇ ਤੌਰ 'ਤੇ ਵਿਚਰਦਾ ਔਰ ਮੇਰੀ ਇਹ ਇੱਛਾ ਹੁੰਦੀ ਹੈ ਕਿ ਮੈਨੂੰ ਲੋਕ ਇੱਕ ਸਧਾਰਨ ਮਨੁੱਖ ਦੇ ਤੌਰ 'ਤੇ ਜਾਣਨ, ਕਿਉਂਕਿ ਮੈਂ ਸਮਝਦਾ ਕਿ ਆਪਣੀ ਸਧਾਰਨਤਾ ਨਾਲ ਜੁੜੇ ਰਹਿਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਤੁਹਾਡਾ ਵਡੱਪਨ ਹੈ ਡਾਕਟਰ ਸਾਹਿਬ, ਜਿਹੜਾ ਤੁਸੀਂ ਸ਼ੁਕਰੀਆ ਇਸ ਮੁਕਾਮ ਤੱਕ ਪਹੁੰਚ ਕੇ ਵੀ ਤੁਸੀਂ ਇਹ ਮਹਿਸੂਸ ਕਰਦੇ ਹੋ। ਸ਼ੁਕਰੀਆ। ਜਿਵੇਂ ਸੁਖਵਿੰਦਰ ਜੀ ਤੁਸੀਂ ਗੱਲ ਕੀਤੀ ਸੀ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਕੰਮ ਕਰਨੇ ਪਏ, ਜਿਹਦੇ ਵਿੱਚ ਸਬਜ਼ੀ ਵੇਚਣਾ, ਫਿਰ ਦੁੱਧ ਦਾ ਕੰਮ ਕਰਨਾ, ਇੱਕ ਦੋਧੀ ਦੇ ਤੌਰ 'ਤੇ ਕੰਮ ਕਰਨਾ ਔਰ ਇੱਕ ਲਾਂਗਰੀ ਦੇ ਤੌਰ 'ਤੇ ਕੰਮ ਕਰਨਾ, ਜਾਂ ਹੋਰ ਇੱਦਾਂ ਦੇ ਛੋਟੇ-ਮੋਟੇ ਕੰਮ ਜਿਹੜੇ ਸੀਗੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਿਉਣ ਲਈ ਬਹੁਤ ਕਈ ਵਾਰ ਕਰਨੇ ਪਏ ਔਰ ਇਹਦੇ ਵਿੱਚੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਤੇ ਮੈਂ ਅੱਜ ਜੋ ਕੁਝ ਵੀ ਹਾਂ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਮੇਰਾ ਜਿਹੜਾ ਸੰਘਰਸ਼ ਹੈ, ਇਹ ਮੇਰੇ ਲਈ ਬਹੁਤ ਵੱਡਾ ਇੱਕ ਖਜ਼ਾਨਾ ਹੈ। ਡਾਕਟਰ ਸਾਹਿਬ, ਤੁਹਾਡੇ ਪਰਿਵਾਰ ਦੇ ਵਿੱਚ ਵੀ ਕਿਸੇ ਨੇ ਇੰਨੀ ਪੜ੍ਹਾਈ ਕੀਤੀ ਸੀ ਕਿ ਤੁਸੀਂ ਇਸ ਪਾਸੇ ਵੱਲ ਤੁਰ ਪਏ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਮੇਰੇ ਪਰਿਵਾਰ ਦੇ ਵਿੱਚ ਕੋਈ ਪੜ੍ਹਿਆ ਲਿਖਿਆ, ਸਾਡਾ ਖੇਤੀਬਾੜੀ ਦਾ ਪਰਿਵਾਰ ਸੀਗਾ, ਕਿਸਾਨੀ ਦਾ ਪਰਿਵਾਰ ਸੀਗਾ। ਔਰ ਮੈਂ ਇੱਥੇ ਦੱਸਣਾ ਜ਼ਰੂਰ ਚਾਹਾਂਗਾ ਕਿ ਮੇਰੀ ਇੱਕ ਮਜਬੂਰੀ ਸੀ ਜਿਹਦੇ ਕਰਕੇ ਮੈਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਪਈਆਂ ਜੀ। ਔਰ ਮੇਰਾ ਬਚਪਨ ਜਿਹੜਾ ਸੀਗਾ ਉਹ ਬਹੁਤ ਹੋਰ ਤਰ੍ਹਾਂ ਦਾ ਗੁਜ਼ਰਿਆ। ਬਾਕੀ ਸਧਾਰਨ ਬੱਚਿਆਂ ਵਾਂਗ ਮੇਰਾ ਬਚਪਨ ਨਹੀਂ ਸੀ ਗੁਜ਼ਰਿਆ। ਉਹਦਾ ਕਾਰਨ ਬੁਨਿਆਦੀ ਤੌਰ 'ਤੇ ਇਹ ਸੀਗਾ ਕਿ ਜਦੋਂ ਮੈਂ 2-2.5 ਸਾਲ ਦਾ ਸੀਗਾ, ਮੇਰੇ ਮਾਤਾ ਜੀ ਸ਼੍ਰੀਮਤੀ ਰਣਜੀਤ ਕੌਰ, ਉਹਨਾਂ ਨੇ ਖੁਦਕੁਸ਼ੀ ਕਰ ਲਈ 1973 ਦੇ ਵਿੱਚ। ਉਦੋਂ ਲਗਭਗ ਮੈਂ 2.5 ਸਾਲ ਦਾ ਸੀਗਾ ਤੇ ਉਹ ਖੁਦਕੁਸ਼ੀ ਕਰਨ ਕਰਕੇ ਜਦੋਂ ਮੇਰੇ ਪਿਤਾ ਜੀ ਨੇ ਉਸ ਤੋਂ ਬਾਅਦ ਦੂਸਰੀ ਸ਼ਾਦੀ ਕੀਤੀ ਤਾਂ ਮੈਂ ਇਸ ਦੁਨੀਆ ਦੇ ਵਿੱਚ ਇਕੱਲਾ ਸੀਗਾ। ਖੁਦਕੁਸ਼ੀ ਦਾ ਕਾਰਨ ਜੋ ਮੈਨੂੰ ਸਮਝ ਆਉਂਦਾ ਹੈ ਅੱਜ, ਜਦੋਂ ਮੈਂ ਇਹਨੂੰ ਗਹਿਰਾਈ ਨਾਲ ਵੇਖਦਾ ਤਾਂ ਆਪਾਂ ਨੂੰ ਯਾਦ ਹੈ ਕਿ 1965 ਦੇ ਵਿੱਚ ਪੰਜਾਬ ਦੇ ਵਿੱਚ ਹਰਾ ਇਨਕਲਾਬ ਸ਼ੁਰੂ ਹੋਇਆ ਔਰ ਉਸ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੀ ਕਿਸਾਨੀ ਦੇ ਵਿੱਚ ਇੱਕ ਵੱਡਾ ਸੰਕਟ ਪੈਦਾ ਹੁੰਦਾ ਹੈ ਔਰ ਉਹ ਸੰਕਟ ਖਾਸ ਤੌਰ 'ਤੇ ਜਿਹੜੀ ਛੋਟੀ ਕਿਸਾਨੀ ਸੀ ਉਹਦੇ ਵਿੱਚ ਜਿਹੜਾ ਹੈਗਾ ਉਹ ਲੋਕਾਂ ਨੂੰ ਮਹਿਸੂਸ ਹੋਣ ਲੱਗਦਾ ਤਾਂ ਉਹਦੇ ਨਾਲ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦਾ ਸਿਲਸਿਲਾ ਸ਼ੁਰੂ ਹੁੰਦਾ। ਜਿਹੜਾ ਅਸੀਂ
ਕਿਸਾਨੀ ਦੀਆਂ ਖੁਦਕੁਸ਼ੀਆਂ ਦੇਖ ਰਹੇ ਹਾਂ, ਇਹ ਉਸੇ ਲੜੀ ਦਾ ਇੱਕ ਅੱਗੇ ਜਿਹੜਾ ਹੈਗਾ ਵਧਣਾ ਹੈ। ਸੋ ਉਸ ਵੇਲੇ ਸ਼ੁਰੂ ਦੇ ਵਿੱਚ 1973 ਤੱਕ ਪਹੁੰਚਦਿਆਂ ਸਾਡੇ ਖਾਸ ਤੌਰ ਤੇ ਮਾਲਵੇ ਦੇ ਵਿੱਚ ਉਸ ਸੰਕਟ ਨੇ ਬਹੁਤ ਗਹਿਰੇ ਤਰੀਕੇ ਨਾਲ ਛੋਟੀ ਕਿਸਾਨੀ ਨੂੰ, ਜਿਹੜੀ ਨਿਮਨ ਕਿਸਾਨੀ ਹੈ ਮੈਂ ਕਹਿ ਸਕਦਾ, ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਔਰ ਉਸ ਪ੍ਰਭਾਵ ਦਾ ਕਾਰਨ ਸੀਗਾ ਕਿ ਘਰ ਦੇ ਵਿੱਚ ਜਿਹੜਾ ਹੈਗਾ ਆਰਥਿਕ ਕਮਜ਼ੋਰ ਹੋਣ ਕਰਕੇ ਉਹ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਔਰ ਉਸ ਲੜਾਈ ਝਗੜੇ ਦੇ ਵਿੱਚੋਂ ਇੱਕ ਖੁਦਕੁਸ਼ੀ ਜਿਹੜੀ ਹੈਗੀ ਹੈ ਮੇਰੇ ਮਾਤਾ ਜੀ ਉਹ ਕਰਦੇ ਹੈ। ਔਰ ਉਹਦੇ ਨਾਲ ਮੈਂ ਵੀ ਦੱਸਣਾ ਚਾਹਣਾ ਕਿ ਮੇਰੀਆਂ 2 ਛੋਟੀਆਂ ਭੈਣਾਂ ਸੀਗੀਆਂ, ਜਿਹਦੇ ਵਿੱਚ ਇੱਕ 6 ਕੁ ਮਹੀਨੇ ਦੀ, ਇੱਕ 1.5 ਕੁ ਸਾਲ ਦੀ, ਪੌਣੇ 2 ਸਾਲ ਦੀ, ਉਹ ਵੀ ਨਾਲ ਦੇ ਨਾਲ ਜਿਹੜੇ ਹੈਗੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਮੈਂ ਇਕੱਲਾ ਜਿਹੜਾ ਹੈਗਾ ਇਸ ਦੁਨੀਆ ਦੇ ਵਿੱਚ ਰਹਿ ਜਾਣਾ। ਤੇ ਮੇਰੇ ਪਿਤਾ ਜੀ ਸਾਲ ਕੁ ਬਾਅਦ, ਮੇਰੇ ਮਾਤਾ ਜੀ ਦੀ ਡੈਥ ਤੋਂ ਬਾਅਦ, ਉਹ ਦੂਸਰੀ ਸ਼ਾਦੀ ਕਰਾਉਂਦੇ ਨੇ। ਤੇ ਮੈਨੂੰ ਬੇਸ਼ੱਕ ਉਹਨਾਂ ਨੇ ਸੰਗਰੂਰ ਜਿਹੜਾ ਜਿੱਥੇ ਉਹ ਜੌਬ ਕਰਦੇ ਸੀਗੇ, ਉਹਨਾਂ ਨੇ ਪੜ੍ਹਨਾ ਲਗਾਇਆ, ਭੇਜਿਆ ਸਕੂਲ ਦੇ ਵਿੱਚ। ਪਰ ਸਕੂਲ ਦੇ ਵਿੱਚ ਮੈਨੂੰ ਬਹੁਤਾ ਜਿਹੜਾ ਸੀਗਾ, ਕਿਉਂਕਿ ਮਾਹੌਲ ਨਹੀਂ ਸੀ ਮਿਲ ਰਿਹਾ, ਤਾਂ ਤੀਸਰੀ ਦੇ ਵਿੱਚ ਮੈਂ ਆਉਂਦਾ ਉੱਥੋਂ ਫੇਲ ਹੋ ਗਿਆ। ਤਾਂ ਉਸ ਸਕੂਲ ਦੇ GGS ਸਕੂਲ ਹੈ, ਬਹੁਤ ਮਸ਼ਹੂਰ ਸਕੂਲ ਹੈ ਸੰਗਰੂਰ ਦਾ। ਤਾਂ ਉਹਨਾਂ ਨੇ ਕਿਹਾ, ਪ੍ਰਿੰਸੀਪਲ ਸਾਹਿਬ ਨੇ, ਕਿ ਉਸ ਵੇਲੇ ਅਧਿਆ ਨੇ ਕਿ ਇਸ ਲੜਕੇ ਨੂੰ ਤੁਸੀਂ ਹੁਣ ਪਿੰਡ ਲੈ ਜਾਓ, ਇਹਦੇ ਤੋਂ ਚਾਹੇ ਤੁਸੀਂ ਜਿਹੜਾ ਹੈਗਾ ਡੰਗਰ ਵਗੈਰਾ ਚਾਰ ਸਕਦਾ ਜਾਂ ਹੋਰ ਘਰ ਦਾ ਕੰਮ ਕਰਾਓ, ਪਰ ਇਹ ਪੜ੍ਹ ਨਹੀਂ ਸਕਦਾ। ਮੈਨੂੰ ਬੜਾ ਇੱਕ ਝਟਕਾ ਜਿਹਾ ਲੱਗਾ ਉਹ ਜਦੋਂ ਮੈਂ ਫੇਲ ਹੋਇਆ ਤੀਸਰੀ ਦੇ ਵਿੱਚ। ਤਾਂ ਤੀਸਰੀ ਮੈਂ ਪਿੰਡ ਜਾ ਕੇ ਇੱਕ ਨਵੇਂ ਸਕੂਲ ਦੇ ਵਿੱਚ, ਉਹ ਵੀ ਪ੍ਰਾਈਵੇਟ ਸਕੂਲ ਸੀਗਾ, ਤਾਂ ਮੈਨੂੰ ਰਿਪੀਟ ਕਰਨੀ ਪਈ ਤੀਸਰੀ ਕਲਾਸ। ਤਾਂ ਉਸ ਕਲਾਸ ਤੋਂ ਬਾਅਦ ਮੈਨੂੰ ਜਦੋਂ ਉਹ ਜਿਹੜਾ ਸੀਗਾ ਇੱਕ ਸਦਮਾ ਜਿਹੜਾ ਸੀਗਾ, ਉਹਨੂੰ ਮੈਂ ਜਦੋਂ ਮਹਿਸੂਸ ਕੀਤਾ, ਤਾਂ ਮੈਨੂੰ ਲੱਗਿਆ ਕਿ ਮੈਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਜਦੋਂ ਮੈਨੂੰ ਥੋੜ੍ਹੀ ਹੋਸ਼ ਸੰਭਲੀ ਤਾਂ ਇੱਕ ਅੰਦਰੋਂ ਕੋਈ ਆਵਾਜ਼ ਆਈ ਕਿ ਤੁਹਾਨੂੰ ਜੇ ਤੁਸੀਂ ਨਹੀਂ ਪੜ੍ਹੋਗੇ ਤਾਂ ਇਸ ਦੁਨੀਆ ਨੇ ਤੁਹਾਨੂੰ ਨਹੀਂ ਪਛਾਣਨਾ। ਸੋ ਉਸ ਤੀਸਰੀ ਕਲਾਸ ਦੇ ਬੱਚੇ ਨੂੰ ਜਦੋਂ ਇੱਕ ਫੇਲ ਹੋ ਕੇ ਦੁਬਾਰਾ ਪਿੰਡ ਦੇ ਵਿੱਚ ਆਉਂਦਾ ਹੈ, ਲੌਂਗੋਵਾਲ ਮੇਰਾ ਪਿੰਡ ਹੈ, ਜਿਹੜਾ ਕਿ ਸ਼ਹੀਦਾਂ ਦਾ ਪਿੰਡ ਮੰਨਿਆ ਜਾਂਦਾ, ਬਹੁਤ ਵੱਡਾ, ਮੈਨੂੰ ਲੱਗਦਾ ਕਿ ਏਸ਼ੀਆ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਲੌਂਗੋਵਾਲ। ਭਾਈ ਮਤੀ ਦਾਸ, ਸਤੀ ਦਾਸ ਜੀ, ਬਹੁਤ ਭਾਈ ਮਨੀ ਸਿੰਘ, ਬਹੁਤ ਵੱਡੇ ਸ਼ਹੀਦ ਇਸ ਪਿੰਡ ਨੇ ਦਿੱਤੇ ਨੇ। ਸੋ ਉਸ ਸਰਜ਼ਮੀਨ ਦੇ ਵਿੱਚ ਮੇਰਾ ਜਿਹੜਾ ਸੀਗਾ ਬਚਪਨ ਗੁਜ਼ਰਿਆ, ਉਸ ਪਿੰਡ ਦੇ ਵਿੱਚ ਮੈਂ ਉਸ ਤੋਂ ਬਾਅਦ ਚਲਾ ਗਿਆ। ਸੋ ਉਸ ਤੋਂ ਬਾਅਦ ਫਿਰ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਖੇਤੀਬਾੜੀ ਦਾ ਕੰਮ ਕਰਾਉਂਦਾ ਰਿਹਾ, ਕਿਉਂਕਿ ਖੇਤੀਬਾੜੀ ਕਰਦੇ ਸੀਗੇ। ਜਦੋਂ ਪਿਤਾ ਜੀ ਨੇ ਦੂਜਾ ਵਿਆਹ ਕਰਾ ਲਿਆ ਤਾਂ ਫਿਰ ਤੁਸੀਂ ਕਿੱਥੇ ਰਹੇ? ਫਿਰ ਮੈਨੂੰ ਉਹਨਾਂ ਨੇ ਪਿੰਡ ਜਿਹੜਾ ਸੀਗਾ ਭੇਜ ਦਿੱਤਾ ਲੌਂਗੋਵਾਲ ਦੇ ਵਿੱਚ। ਨਾਨਕੇ ਜਾਂ ਦਾਦਕੇ? ਮੇਰੇ ਜਿਹੜੇ ਦਾਦਕੇ ਨੇ, ਮੇਰੇ ਨਾਨਕੇ ਜਿਹੜੇ ਨੇ ਉਹ ਸੰਗਰੂਰ ਦੇ ਨਾਲ ਹੀ ਮੰਗਵਾਲ ਪਿੰਡ ਹੈ। ਉਸ ਤੋਂ ਬਾਅਦ ਫਿਰ ਮੈਂ ਜਦੋਂ ਮੇਰੇ ਦਾਦੀ ਜੀ ਦੀ ਡੈਥ ਹੋ ਗਈ 9ਵੀਂ ਕਲਾਸ 'ਚ ਪੜ੍ਹਦੇ ਹਾਂ, ਤਾਂ ਮੈਨੂੰ ਨਾਨਕੇ ਜਾਣਾ ਪਿਆ, ਮੇਰੀ ਨਾਨੀ ਜੀ ਕੋਲ ਰਹਿਣਾ ਪਿਆ। ਤੇ ਇਸ ਤਰ੍ਹਾਂ ਮਤਲਬ ਬਦਲ ਕੇ ਜਿੱਥੇ ਮੈਨੂੰ ਲੱਗਦਾ ਸੀਗਾ ਕਿ ਲਗਭਗ 5 ਸਕੂਲ ਮੈਂ 10ਵੀਂ ਤੱਕ ਆਉਂਦਿਆਂ ਬਦਲ ਲਏ ਸੀਗੇ। ਜਦੋਂ ਵੀ ਕੋਈ ਰਿਸ਼ਤੇਦਾਰ ਮੈਨੂੰ ਲੈ ਜਾਂਦਾ ਸੀਗਾ, ਉਹ ਦੋ ਕਲਾਸਾਂ ਕਿਤੇ ਪੜ੍ਹ ਗਿਆ, 2 ਕਲਾਸਾਂ ਕਿਤੇ ਹੋਰ ਪੜ੍ਹਾਈ ਕਰਨੀ ਪੈਂਦੀ ਸੀਗੀ। ਸੋ ਇਸ ਕਰਦਿਆਂ ਮੈਨੂੰ ਜਦੋਂ ਪਤਾ ਲੱਗਿਆ ਕਿ 6ਵੀਂ ਤੱਕ ਜਦੋਂ ਮੈਂ ਪਹੁੰਚਿਆ, ਤਾਂ ਕਿਸੇ ਨੇ ਕਿਹਾ ਕਿ ਜੇ ਤੁਸੀਂ ਸਪੋਰਟਸ ਕਰਦੇ ਹੋ, ਖੇਡਾਂ ਦੇ ਵਿੱਚ ਜੇ ਤੁਸੀਂ ਰੁਚੀ ਰੱਖਦੇ ਹੋ, ਤਾਂ ਤੁਹਾਡਾ ਜਿਹੜਾ ਹੈਗਾ ਫੀਸ ਵੀ ਮਾਫ ਹੋ ਸਕਦੀ ਹੈ, ਤੇ ਤੁਹਾਨੂੰ ਅਸੀਂ ਜਿਹੜਾ ਹੈਗਾ ਖਾਣ ਪੀਣ ਦਾ ਪ੍ਰਬੰਧ ਵੀ ਕਰ ਸਕਦੇ ਹਾਂ। ਸਪੋਰਟਸ ਵਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਸਕੂਲਾਂ ਦੇ ਵਿੱਚ ਹੁੰਦੇ ਸੀਗੇ ਕਿਸੇ ਵੇਲੇ, ਅੱਜ ਵੀ ਸ਼ਾਇਦ ਹੋਣ। ਤਾਂ ਉਸ ਲਾਲਚ ਕਰਕੇ ਜਦੋਂ ਮੈਨੂੰ ਲੱਗਿਆ ਕਿ ਸ਼ਾਇਦ ਮੇਰੀ ਜਿਹੜੀ ਹੈਗੀ ਹੈ ਫੀਸ ਮਾਫ ਹੋ ਸਕਦੀ ਹੈ, ਰੋਟੀ ਪਾਣੀ ਦਾ ਜਿਹੜਾ ਹੈਗਾ ਹੀਲਾ ਵਸੀਲਾ ਹੋ ਸਕਦਾ ਹੈ, ਤਾਂ ਮੈਂ ਉਸ ਕਰਕੇ ਸਪੋਰਟਸ ਕਰਨੀ ਸ਼ੁਰੂ ਕੀਤੀ ਸੰਗਰੂਰ ਦੇ ਵਿੱਚ। ਮੈਂ ਡੇਲੀ ਅਪ ਡਾਊਨ ਲੌਂਗੋਵਾਲ ਤੋਂ ਲਗਭਗ 18 ਕਿਲੋਮੀਟਰ ਹੈ ਸੰਗਰੂਰ, ਤਾਂ ਉੱਥੇ ਜਾ ਕੇ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਹੈਂਡਬਾਲ ਦੀ 6ਵੀਂ ਕਲਾਸ 'ਚ। ਤਾਂ 7ਵੀਂ 8ਵੀਂ ਤੱਕ ਪਹੁੰਚਦਿਆਂ ਮੈਂ ਪਹਿਲੀ ਨੈਸ਼ਨਲ ਜਿਹੜੀ ਹੈ ਸ਼੍ਰੀਨਗਰ ਹੋਈ, ਉਹ ਖੇਡਿਆ। ਮੇਰੇ ਕੋਚ ਸਰਦਾਰ ਮਨਜੀਤ ਸਿੰਘ ਜੀ, ਜਿਨ੍ਹਾਂ ਦੇ ਕੋਲ ਮੈਂ ਖੇਡਣਾ ਸ਼ੁਰੂ ਕੀਤਾ ਸੰਗਰੂਰ ਦੇ ਵਿੱਚ, ਅੱਜ ਕੱਲ੍ਹ ਉਹ ਸ਼੍ਰੀ ਮਸਤੂਆਣਾ ਸਾਹਿਬ ਦੇ ਡਾਇਰੈਕਟਰ ਨੇ ਸਪੋਰਟਸ ਦੇ ਸਾਈ ਦੇ। ਸੋ ਉਹਨਾਂ ਦੇ ਅੰਡਰ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ, ਤੇ ਉਹਨਾਂ ਦੇ ਰਾਹੀਂ ਜਦੋਂ ਮੈਂ ਹੌਲੀ ਸਪੋਰਟਸ ਦੇ ਵਿੱਚ ਕਾਫੀ ਚੰਗਾ ਅੱਗੇ ਮਤਲਬ ਸਪੋਰਟਸਮੈਨ ਬਣਿਆ, ਤਾਂ ਇਸੇ ਦੇ ਆਧਾਰ 'ਤੇ +2 ਤੱਕ ਜਦੋਂ ਮੈਂ ਪਹੁੰਚਿਆ, ਤਾਂ ਨੈਸ਼ਨਲ ਮੈਂ ਖੇਡ ਚੁੱਕਿਆ ਸੀਗਾ।
ਤੇ ਇਸ ਲਾਲਚ ਦੇ ਵਿੱਚ ਹੀ ਜਿਹੜਾ ਤੁਸੀਂ ਜੀ ਗੇਮ ਹਾਂ, ਲੈ ਲਈ ਜੀ, ਤੇ ਬਿਲਕੁਲ। ਪਰਿਵਾਰ ਵੱਲੋਂ ਕੋਈ ਖਰਚਾ ਨਹੀਂ ਸੀ ਚੁੱਕਿਆ ਜਾਂਦਾ ਪਿਤਾ ਜੀ ਵੱਲੋਂ ਜਾਂ ਜਿਹੜੇ ਤੁਹਾਡੇ ਦੂਸਰੇ ਹਾਂ, ਪਿਤਾ ਜੀ ਨੇ ਮੈਂ ਜਿਵੇਂ ਦੱਸਿਆ ਕਿ ਸੈਕੰਡ ਮੈਰਿਜ ਕਰਵਾ ਲਈ ਸੀਗੀ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਆਪਣੀ ਫੈਮਿਲੀ ਹੋ ਗਈ, ਆਪਣੇ ਬੱਚੇ ਹੋ ਗਏ ਤੇ ਉਧਰ ਸਾਰਾ ਧਿਆਨ ਉਹਨਾਂ ਦਾ ਮਤਲਬ ਉਧਰ ਉਹਨਾਂ ਨੇ ਸੀਗਾ। ਸਾਰ ਨਹੀਂ ਲਈ ਤੁਹਾਡੀ। ਬਿਲਕੁਲ। ਉਸ ਤੋਂ ਬਾਅਦ ਫਿਰ ਅਸੀਂ ਇੱਕ ਦੂਸਰੇ ਨਾਲ ਗੱਲ ਵੀ ਨਹੀਂ ਕੀਤੀ ਕਦੇ। ਇਕੱਲਿਆਂ ਹੀ ਆਪਣੀ ਜ਼ਿੰਦਗੀ ਦੀ ਹਾਂ, ਹਾਲਾਂਕਿ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਹੈ, ਪਰ ਜਿੰਨੀ ਦੇਰ ਉਹ ਜ਼ਿੰਦਾ ਰਹੇ ਅਸੀਂ ਬਹੁਤਾ ਮਤਲਬ ਗੱਲਬਾਤ ਸਾਡੀ ਨਹੀਂ ਸੀ ਹੁੰਦੀ, ਕਿਉਂਕਿ ਇੱਕ ਮਤਲਬ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਜਿਹੜਾ ਹੈਗਾ ਹੁਣ ਕਿਉਂਕਿ ਇਕੱਲਿਆਂ ਹੀ ਸਟਰਗਲ ਕਰਨੀ ਚਾਹੀਦੀ ਹੈ। ਸੋ ਇਸ ਕਰਕੇ ਮੇਰੇ ਕਿਉਂਕਿ ਦਾਦਾ ਜੀ ਨੇ ਮੈਨੂੰ ਪਾਲਿਆ, ਮੇਰੀ ਦਾਦੀ ਜੀ ਕੋਲ ਰਿਹਾ, ਫਿਰ ਮੇਰੀ ਨਾਨੀ ਜੀ ਕੋਲ ਰਿਹਾ, ਤੇ ਉਹਨਾਂ ਦੇ ਨਾਲ ਵੱਲ ਮੇਰਾ ਜਿਹੜਾ ਹੈਗਾ ਸੀਗਾ ਜ਼ਿਆਦਾ ਝੁਕਾਅ ਬਣਿਆ ਰਿਹਾ ਸਾਰੀ ਜ਼ਿੰਦਗੀ। ਇਸ ਤਰ੍ਹਾਂ ਕਰਦੇ ਕਰਾਂਦੇ ਤੁਸੀਂ +2 ਫਿਰ ਮੈਂ +2 ਜਦੋਂ ਕੀਤੀ ਤਾਂ ਅਚਾਨਕ ਸੱਦਾ ਆਇਆ ਕਿ DAV ਕਾਲਜ ਚੰਡੀਗੜ੍ਹ ਦੇ ਵਿੱਚ ਕਿ ਚੰਡੀਗੜ੍ਹ ਦੇ ਵਿੱਚ ਸਪੋਰਟਸ ਦੀਆਂ ਸੀਟਾਂ ਨੇ, ਉੱਥੇ ਵਿੰਗ ਜਿਹੜਾ ਹੈਗਾ ਉੱਥੇ ਤੁਹਾਨੂੰ ਬੁਲਾਇਆ ਗਿਆ ਹੈ। ਤਾਂ ਮੈਂ ਪਹਿਲੀ ਵਾਰੀ ਉਦੋਂ ਮੈਨੂੰ ਯਾਦ ਹੈ ਕਿ ਸੰਗਰੂਰ ਤੋਂ ਕਿਰਾਇਆ ਜਿਹੜਾ ਲੱਗਦਾ ਸੀ ਚੰਡੀਗੜ੍ਹ ਦਾ 70 ਰੁਪਏ ਸੀਗਾ, ਮੇਰੇ ਕੋਲੇ ਸਿਰਫ 2 ਰੁਪਏ ਸੀਗੇ ਉਸ ਵੇਲੇ ਜੇਬ ਦੇ ਵਿੱਚ। ਤਾਂ 2 ਰੁਪਏ ਮੈਂ ਕਿਸੇ ਆਪਣੇ ਦੋਸਤ ਕੋਲੋਂ ਫੜੇ, 3 ਰੁਪਏ ਮੈਂ ਕਿਸੇ ਹੋਰ ਦੋਸਤ ਕੋਲੋਂ ਫੜੇ, ਇੱਦਾਂ 7 ਰੁਪਏ ਮੈਂ 7-8 ਰੁਪਏ ਜਦੋਂ ਮੇਰੇ ਕੋਲੇ ਹੋ ਗਏ ਤਾਂ ਮੈਂ ਉਧਾਰੇ ਪੈਸੇ ਫੜ ਕੇ ਚੰਡੀਗੜ੍ਹ ਪਹਿਲੇ ਵਾਰੀ ਪਹੁੰਚਿਆ। ਤਾਂ ਉੱਥੇ ਜਾ ਕੇ ਜਦੋਂ ਮੇਰੀ ਸਿਲੈਕਸ਼ਨ ਹੋਈ ਤਾਂ ਉਹ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦਾ ਇੱਕ ਯੂ ਟਰਨ ਜਿਹੜਾ ਸੀਗਾ ਉਹ ਸੀਗਾ। ਡਾਕਟਰ ਸਾਹਿਬ ਤੁਹਾਡੇ ਖਿਆਲ ਵਿੱਚ ਹੈ ਕਿ ਕਿਹੜੇ ਸਨ ਦੀ ਗੱਲ ਹੈ? ਇਹ 1979 ਦੀ ਗੱਲ ਹੈ ਜਦੋਂ ਮੈਂ +2 ਕੀਤੀ। 1989 ਦੀ ਗੱਲ ਹੈ। ਤੇ ਉਸ ਦੌਰਾਨ ਮੈਨੂੰ ਜੇ ਆਪਾਂ ਕਹੀਏ ਕਿ ਇੱਥੋਂ ਤੱਕ ਪਹੁੰਚਦੇ ਆ ਤਕਰੀਬਨ 30 ਸਾਲ ਹੋ ਗਏ। ਹਾਂ, 30 ਸਾਲ ਹੋ ਗਏ। ਇੱਥੋਂ ਤੱਕ ਪਹੁੰਚਦਿਆਂ ਵੀ +2 ਤੱਕ ਪਹੁੰਚਦਿਆਂ ਵੀ ਬਹੁਤ ਸਾਰਾ ਕੰਮ ਜਿਹੜਾ ਸੀਗਾ ਮੈਨੂੰ ਕਰਨਾ ਪਿਆ, ਜਿਹਦੇ ਵਿੱਚ ਜਿਵੇਂ ਮੈਂ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀਗਾ। ਤੇ ਇਸੇ ਦੌਰਾਨ ਅਸੀਂ ਜਦੋਂ ਕਿਉਂਕਿ ਖੇਤੀਬਾੜੀ ਵਾਲਾ ਪਰਿਵਾਰ ਸੀਗਾ, ਅਸੀਂ ਛੋਟੇ ਹੁੰਦੇ ਜਿਹੜਾ ਹੈਗਾ ਮੈਨੂੰ ਡੰਗਰਾਂ ਨਾਲ ਵੀ ਭੇਜ ਦਿੱਤਾ ਜਾਂਦਾ ਸੀਗਾ ਕਿ ਜਿਹੜੇ ਘਰ ਦੇ ਡੰਗਰ ਨੇ ਉਹ ਵੀ ਤੁਸੀਂ ਚਾਰਨੇ ਨੇ। ਇਸੇ ਕਰਕੇ ਇਸੇ ਤਰ੍ਹਾਂ ਮੈਨੂੰ ਮਤਲਬ ਖੇਤੀਬਾੜੀ ਦੇ ਨਾਲ ਜਿਹੜਾ ਸੀਗਾ ਕੰਮ ਧੰਦੇ ਹੋਰ ਵੀ ਉਹ ਵੀ ਕਰਾਉਣੇ ਪੈਂਦੇ ਸੀਗੇ। ਛੋਟੀ ਕਿਸਾਨੀ ਦਾ ਪਰਿਵਾਰ ਸੀਗਾ। ਤਾਂ ਇੱਕ ਵੱਡੀ ਘਟਨਾ ਤੀਸਰੀ ਕਲਾਸ ਜਦੋਂ ਮੈਂ ਪਿੰਡ ਪਹੁੰਚਿਆ ਹੀ ਹਾਂ, ਇੱਕ ਵੱਡੀ ਘਟਨਾ ਇਹ ਵਾਪਰੀ ਕਿ ਮੇਰੇ ਇੱਕ ਚਾਚਾ ਜੀ ਸੀਗੇ, ਔਰ ਚਾਚਾ ਜੀ ਜਿਵੇਂ ਮੈਂ ਕਿਹਾ ਕਿ 1980 ਦੇ ਵਿੱਚ ਜਦੋਂ ਮੈਂ ਪਿੰਡ ਪਹੁੰਚਿਆ ਤਾਂ ਜਦੋਂ ਮੈਂ ਖੇਤ ਵਿੱਚ ਆਪਣਾ ਕੰਮ ਧੰਦਾ ਕੋਈ ਕਰ ਰਿਹਾ ਹੋਵਾਂਗਾ, ਤੀਜੀ ਕਲਾਸ ਦੇ ਵਿੱਚ ਸੀਗਾ, ਤਾਂ ਮੇਰੇ ਸਾਹਮਣੇ ਮੈਨੂੰ ਯਾਦ ਹੈ ਕਿ ਉਹਨਾਂ ਨੇ ਸਪਰੇਅ ਵਾਲੀ ਦਵਾਈ ਜਿਹੜੀ ਸੀਗੀ DDT ਉਸ ਵੇਲੇ ਕਹਿੰਦੇ ਸੀਗੇ, ਉਹ ਪੀ ਕੇ ਉਹ ਖੁਦਕੁਸ਼ੀ ਕਰ ਗਏ ਮੇਰੇ ਸਾਹਮਣੇ। ਮੈਂ ਤੀਸਰੀ ਕਲਾਸ ਵਿੱਚ ਸੀਗਾ। ਜਿਵੇਂ ਮੈਂ ਕਿਹਾ ਨਾ ਕਿ ਉਹ ਛੋਟੀ ਕਿਸਾਨੀ ਦੇ ਉੱਤੇ ਉਸ ਵੇਲੇ ਬੜਾ ਵੱਡਾ ਸੰਕਟ ਸੀਗਾ। ਤਾਂ ਉਹ ਘਟਨਾ ਮਤਲਬ ਮੇਰੇ ਤੇ ਉੱਤੇ ਗਹਿਰਾ ਅਸਰ ਕੀਤਾ। ਮੇਰੇ ਚਾਚਾ ਜੀ ਜਿਨ੍ਹਾਂ ਕੋਲੇ ਮੈਂ ਰਹਿੰਦਾ ਸੀਗਾ ਲੌਂਗੋਵਾਲ ਦੇ ਵਿੱਚ, ਜਿਨ੍ਹਾਂ ਕੋਲੇ ਮੈਂ ਪੜ੍ਹਿਆ, ਤਾਂ ਮੈਨੂੰ ਬਹੁਤ ਪਿਆਰ ਕਰਦੇ ਸੀਗੇ, ਉਹ ਮੇਰੇ ਸਾਹਮਣੇ ਉਹਨਾਂ ਦੀ ਡੈਥ ਹੋਈ। ਔਰ ਉਸ ਤੋਂ ਬਾਅਦ ਫਿਰ 7ਵੀਂ 8ਵੀਂ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਘਰਾਂ ਦੀਆਂ ਕੱਚੀਆਂ ਕੰਧਾਂ ਹੁੰਦੀਆਂ ਸੀ, ਮੈਂ ਦਾਦੀ ਜੀ ਕੋਲ ਰਹਿੰਦਾ ਸੀਗਾ, ਤਾਂ ਦਾਦੀ ਜੀ ਦੇ ਉੱਤੇ ਕੰਧ ਗਿਰ ਗਈ ਘਰ ਦੀ ਕੱਚੀ। ਮੈਨੂੰ 9th ਕਲਾਸ ਮੈਨੂੰ ਅੱਜ ਵੀ ਯਾਦ ਹੈ। ਤਾਂ ਉਹਨਾਂ ਦਾ ਚੂੜਾ ਟੁੱਟਣ ਕਰਕੇ 2-3 ਮਹੀਨਿਆਂ ਦੇ ਵਿੱਚ ਹੀ, ਕਿਉਂਕਿ ਬਜ਼ੁਰਗ ਸੀਗੇ, ਉਹਨਾਂ ਦੀ ਡੈਥ ਹੋ ਗਈ। ਤੇ ਫਿਰ ਮੇਰੇ ਲਈ ਇੱਕ ਰੋਟੀ ਦਾ ਜਿਹੜਾ ਮਸਲਾ ਰੱਬ ਵੀ ਇੱਕ ਤਰ੍ਹਾਂ ਦੀ ਪ੍ਰੀਖਿਆ ਲੈ ਰਿਹਾ ਸੀ। ਪ੍ਰੀਖਿਆ ਲੈ ਰਿਹਾ ਵੀ ਰੋਟੀ ਦਾ ਜਿਹੜਾ ਸੀਗਾ ਮਸਲਾ ਫਿਰ ਖੜਾ ਹੋ ਗਿਆ ਕਿ ਹੁਣ ਮੈਂ ਰੋਟੀ ਕਿੱਥੋਂ ਖਾਊਂਗਾ। ਤਾਂ ਮੈਨੂੰ ਉਸ ਤੋਂ ਬਾਅਦ ਫਿਰ ਮੇਰੇ ਨਾਨੀ ਜੀ ਕੋਲ ਜਾਣਾ ਪਿਆ, ਕਿਉਂਕਿ ਮੇਰੇ ਨਾਨਾ ਜੀ ਫਿਰ ਤੁਸੀਂ ਸਪੋਰਟਸ ਵਿੱਚ ਆ ਗਏ, DAV ਵਿੱਚ ਪਹੁੰਚ ਗਏ। ਫਿਰ ਮੈਂ DAV ਚਲਾ ਗਿਆ। ਉਸ ਤੋਂ ਬਾਅਦ DAV ਵਿੱਚ ਕਿਉਂਕਿ ਹਾਲਾਂਕਿ ਬਹੁਤ ਸਾਰਾ ਜਿਹੜਾ ਸਾਨੂੰ ਪੈਸਾ ਵੀ ਮਿਲਦਾ ਸੀਗਾ ਖਾਣ ਪੀਣ ਵਾਸਤੇ, ਮਤਲਬ ਕੋਈ ਕਮੀ ਨਹੀਂ ਸੀਗੀ, ਪਰ ਫਿਰ ਵੀ ਜਿਹੜਾ ਉੱਪਰਲਾ ਖਰਚਾ ਸੀਗਾ ਉਹਦੇ ਲਈ ਮੈਨੂੰ ਕਾਫੀ ਕੰਮ ਉੱਥੇ ਚੰਡੀਗੜ੍ਹ ਵੀ ਕਰਨੇ ਪਏ। ਕਿਸ ਤਰ੍ਹਾਂ ਦੇ ਕੰਮ? ਜਿਹਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਰਿਕਸ਼ਾ ਵੀ ਚਲਾਇਆ ਉੱਥੇ। ਔਰ ਉਸ ਤੋਂ ਬਾਅਦ ਜਿਹੜੇ ਆਰਕੈਸਟਰਾ ਹੁੰਦੇ ਸੀਗੇ, ਮੈਨੂੰ ਗਾਉਣ ਦਾ ਸ਼ੌਕ ਸੀਗਾ। ਆਟੋ ਰਿਕਸ਼ਾ ਚਲਾਇਆ ਜਾਂ ਦੂਸਰਾ ਆਟੋ ਰਿਕਸ਼ਾ ਉਸ ਵੇਲੇ ਬਹੁਤ ਘੱਟ ਹੁੰਦੇ ਸੀਗੇ। ਉਹ ਵੀ ਕਿਰਾਏ ਤੇ ਮਿਲਦਾ ਹੋਣਾ? ਕਿਰਾਏ ਤੇ ਲੈ ਕੇ, ਹਾਂ। ਉਹ ਮੈਨੂੰ ਯਾਦ ਹੈ ਕਿ 5 ਰੁਪਏ ਕਿਰਾਇਆ ਹੁੰਦਾ ਸੀਗਾ ਡੇਲੀ ਦਾ, ਤੇ ਸਾਨੂੰ 10-15 ਰੁਪਏ ਬਚਦੇ ਸੀਗੇ। ਤਾਂ ਉਸ ਤੋਂ ਇਲਾਵਾ
ਵਾਲੀਆ ਸਾਹਿਬ ਜਿਹੜੇ ਕਿ NZCC ਦੇ ਡਾਇਰੈਕਟਰ ਹੁੰਦੇ ਸੀਗੇ, ਉਹਨਾਂ ਨੇ ਮੈਨੂੰ +2 ਜਦੋਂ BA ਸੈਕੰਡ ਈਅਰ ਦੇ ਵਿੱਚ ਇੱਕ ਜੌਬ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਐਗਜ਼ੀਬਿਸ਼ਨ ਲੱਗਦੀਆਂ ਸੀ NZCC ਵੱਲੋਂ, ਖਾਸ ਤੌਰ ਤੇ ਜਿਹੜੀਆਂ 16 ਸੈਕਟਰ ਦੇ ਵਿੱਚ ਕਲਾ ਭਵਨ ਦੇ ਵਿੱਚ, ਉੱਥੇ ਐਗਜ਼ੀਬਿਸ਼ਨ ਦੇ ਵਿੱਚ ਉਹ ਜਿਹੜੇ ਸਾਈਨ ਕਰਵਾਉਂਦੇ ਹੁੰਦੇ ਆ ਜਿਹੜੇ ਕਿਸੇ ਤੋਂ, ਉਹ ਫਿਰ ਮੈਨੂੰ ਇੱਕ ਜੌਬ ਉੱਥੇ ਉਹਨਾਂ ਨੇ ਦਵਾਈ। ਔਰ ਇਸ ਤੋਂ ਇਲਾਵਾ ਆਰਕੈਸਟਰਾ ਦੇ ਵਿੱਚ ਮੈਂ ਗਾਇਆ ਚੰਡੀਗੜ੍ਹ ਦੇ ਵਿੱਚ। ਤੇ ਇਦਾਂ ਮਤਲਬ ਗੁਜ਼ਾਰਾ ਜਿਹੜਾ ਸੀ। ਆਰਕੈਸਟਰਾ ਗਰੁੱਪ ਕਿਸ ਤਰ੍ਹਾਂ ਦੇ ਹੁੰਦੇ ਸੀ ਉਸ ਵੇਲੇ? ਜਿਹੜੇ ਹੁੰਦੇ ਸੀਗੇ ਸਾਨੂੰ ਜਿਹੜੀ ਪ੍ਰਚਲਿਤ ਗੀਤ ਸੀਗੇ, ਉਹ ਸਾਨੂੰ ਵਿਆਹਾਂ ਸ਼ਾਦੀਆਂ ਦੇ ਵਿੱਚ ਲੈ ਕੇ ਜਾਂਦੇ ਸੀਗੇ ਜੀ। ਔਰ ਉੱਥੇ ਅੱਜ ਵੀ ਮੇਰੇ ਸਾਥੀ ਮੈਨੂੰ ਯਾਦ ਹੈ ਕਿ ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਗੁਰਦਾਸ ਮਾਨ, ਕੁਲਦੀਪ ਮਾਨਕ ਜਾਂ ਇਦਾਂ ਦੇ ਜਿਹੜੇ ਵੱਡੇ ਸਿੰਗਰ ਸੀਗੇ, ਉਹਨਾਂ ਦੇ ਗਾਣੇ ਮੈਂ ਗਾਇਆ ਕਰਦਾ ਸੀਗਾ। ਤੇ ਕਿੰਨੇ ਕੁ ਪੈਸੇ? ਉਧਰ 100 ਰੁਪਇਆ ਮੈਨੂੰ ਇੱਕ ਸ਼ੋਅ ਦਾ ਮਿਲਦਾ ਸੀ ਉਹਨਾਂ ਦਿਨਾਂ ਦੇ ਵਿੱਚ, ਔਰ 100 ਰੁਪਇਆ ਤੇ ਨਾਲ ਖਾਣੇ ਦਾ ਜਿਹੜਾ ਸਾਰਾ ਫ੍ਰੀ ਹੁੰਦਾ ਸੀਗਾ। ਤੇ ਉਹ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ ਉਹਨਾਂ ਦਿਨਾਂ 'ਚ। 100 ਰੁਪਇਆ ਜਦੋਂ ਮੈਂ ਗੱਲ ਕਰ ਰਿਹਾ ਕਿ 5 ਰੁਪਏ ਜਦੋਂ ਅਸੀਂ ਇੱਕ ਰਿਕਸ਼ੇ ਦਾ ਟੇਲੀ ਦਾ ਦਿਹਾੜੀ ਦਾ ਰੇਟ ਸੀਗਾ। ਸੋ ਉਹ ਢਿੱਡ ਦੀ ਭੁੱਖ ਜਿਹੜੀ ਆ ਉਹ ਤੁਹਾਨੂੰ ਇੱਥੋਂ ਤੱਕ ਲੈ ਆਈ। ਹਾਂ, ਢਿੱਡ ਦੀ ਭੁੱਖ ਜਿਹੜੀ ਕਹਿੰਦੇ ਆ ਨਾ ਕਿ ਤੁਹਾਨੂੰ ਉਹ ਚੀਜ਼ ਸਿਖਾ ਦਿੰਦੀ ਹੈ ਜਿਹੜੀ ਚੀਜ਼ ਕਾਲਜ ਜਾਂ ਜਿਹੜੇ ਸਕੂਲ ਜਾਂ ਯੂਨੀਵਰਸਿਟੀਆਂ ਨਹੀਂ ਸਿਖਾਉਂਦੇ। ਸੋ ਉਹ ਢਿੱਡ ਦੀ ਭੁੱਖ ਨੇ, ਮੈਂ ਜਿਹੜਾ ਗੱਲ ਇੱਥੇ ਜ਼ਿਆਦਾ ਜ਼ੋਰ ਨਾਲ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ, ਉਹ ਭੁੱਖ ਸੀਗੀ ਜਿਹਦੇ ਕਰਕੇ ਮੈਨੂੰ ਸਾਰੀਆਂ ਚੀਜ਼ਾਂ ਇੱਕ ਮਜਬੂਰੀ ਦੇ ਵਿੱਚ ਕਰਨੀਆਂ ਪਈਆਂ। ਮੇਰੇ ਖਿਆਲ 'ਚ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਕਿ ਅੱਜ ਤੁਸੀਂ ਇਸ ਮੁਕਾਮ ਤੱਕ ਪਹੁੰਚ ਚੁੱਕੇ ਹੋ, ਕਿ ਕਦੇ ਜ਼ਿੰਦਗੀ 'ਚ ਬਚਪਨ 'ਚ ਵੀ ਨਹੀਂ ਸੋਚਿਆ ਹੋਣਾ ਕਿ ਮੈਂ ਜਾ ਕੇ ਕਿਤੇ ਡਾਕਟਰੇਟ ਦੀ ਡਿਗਰੀ ਮਿਲੇਗੀ, ਇਸ ਤਰ੍ਹਾਂ ਇੱਕ ਵੱਡੇ ਅਹੁਦੇ ਤੇ ਆ ਕੇ ਜਿਹੜਾ ਸੇਵਾ ਨਿਭਾਉਣ ਦਾ ਸਮਾਂ ਮਿਲੇਗਾ। ਸੁਖਵਿੰਦਰ ਜੀ, ਇਹ ਤਾਂ ਚੀਜ਼ਾਂ ਬਹੁਤ ਦੂਰ ਦੀ ਗੱਲ, ਕੋਇਨਸੀਡੈਂਸ ਟਾਈਪ ਨਹੀਂ। ਮੇਰੇ ਲਈ ਤਾਂ ਇਹ ਜ਼ਿਆਦਾ ਸੋਚ ਹੁੰਦੀ ਸੀ ਵੀ ਹੁਣ ਇੱਕ ਵੇਲੇ ਦੀ ਰੋਟੀ ਖਾ ਲਈ ਤਾਂ ਅਗਲੇ ਵੇਲੇ ਦੀ ਕਦੋਂ ਕਿੱਥੋਂ ਮਿਲੇਗੀ। ਮੰਨ ਲਓ ਇੱਕ ਵਾਰੀ ਅਸੀਂ ਰੋਟੀ, ਹੁਣ ਮਤਲਬ ਮੈਨੂੰ ਇੱਕ ਵਿਆਹ ਦੇ ਵਿੱਚ ਅਸੀਂ ਆਰਕੈਸਟਰਾ ਦੇ ਵਿੱਚ ਚਲੇ ਗਏ, ਹੁਣ ਉੱਥੇ ਦਾ ਇੱਕ ਵਾਰੀ ਅਸੀਂ ਰੱਜ ਕੇ ਖਾ ਲਿਆ। ਮੰਨ ਲਓ ਹੁਣ ਰੋਜ਼ ਦਾ ਵਿਆਹ ਨਹੀਂ ਹੋਣੇ, ਰੋਜ਼ ਆਰਕੈਸਟਰਾ ਦੇ ਕੰਮ ਮਿਲਣਾ ਨਹੀਂ ਹੈ। ਹੁਣ ਅਗਲਾ ਫਿਕਰ ਲੱਗ ਜਾਣਾ ਵੀ ਇਹ ਅਗਲੀ ਹੁਣ ਰੋਟੀ ਅਗਲੇ ਦੀ ਕਿਵੇਂ ਪ੍ਰਬੰਧ ਕਰਨਾ ਹੈ। ਸੋ ਇਹ ਤਾਂ ਚੀਜ਼ਾਂ ਕਦੇ ਸੋਚੀਆਂ ਹੀ ਨਹੀਂ ਸੀ ਕਿ ਮੈਂ ਟੀਚਰ ਲੱਗਾਂਗਾ, ਮੈਂ ਅੱਗੇ ਜਾ ਕੇ ਪ੍ਰੋਫੈਸਰ ਬਣਾਂਗਾ ਜਾਂ ਕਿਤਾਬਾਂ ਲਿਖਾਂਗਾ। ਇੱਦਾਂ ਦੀਆਂ ਗੱਲਾਂ ਮੈਨੂੰ। ਡਾਕਟਰ ਸਾਹਿਬ, ਉਸ ਤੋਂ ਬਾਅਦ ਕੀ ਹੋਇਆ? ਚੰਡੀਗੜ੍ਹ ਤੋਂ ਬਾਅਦ ਤੁਹਾਡਾ ਫਿਊਚਰ ਕਿਵੇਂ ਅੱਗੇ ਵੱਧਦਾ ਗਿਆ? ਚੰਡੀਗੜ੍ਹ ਦੇ ਵਿੱਚ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੜ੍ਹਦਿਆਂ ਮੇਰਾ ਜਿਹੜਾ ਸਾਹਿਤਕ ਮਸ ਸੀਗਾ ਉਹ ਕਾਫੀ ਉਹਦੇ ਵਿੱਚ ਗਹਿਰਾਈ ਆ ਚੁੱਕੀ ਸੀਗੀ। ਮੈਂ 6ਵੀਂ ਕਲਾਸ ਦੇ ਵਿੱਚ ਜਦੋਂ ਸੀਗਾ ਤਾਂ ਉਦੋਂ ਮੈਂ ਛੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਛੋਟੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਜਿਹੜੀਆਂ ਕਿ ਉਸ ਵੇਲੇ ਦੇ ਜਿਹੜੇ ਸਕੂਲ ਮੈਗਜ਼ੀਨ ਹੁੰਦਾ ਹੈ, ਮੈਨੂੰ ਅੱਜ ਵੀ ਯਾਦ ਹੈ, ਆਦਰਸ਼ ਮਾਡਲ ਸਕੂਲ ਸੰਗਰੂਰ ਦਾ, ਉੱਥੇ ਮੈਂ ਜਦੋਂ ਪੜ੍ਹਦਾ ਸੀਗਾ, ਉੱਥੇ ਉਸ ਮੈਗਜ਼ੀਨ ਦੇ ਵਿੱਚ ਡੈਫੋਡਿਲ ਨਾਂ ਦਾ ਮੈਗਜ਼ੀਨ ਸੀਗਾ, ਉੱਥੇ ਮੇਰੀਆਂ ਰਚਨਾਵਾਂ ਛਪਣੀਆਂ ਸ਼ੁਰੂ ਹੋਈਆਂ। ਤੇ ਉਸ ਤੋਂ ਬਾਅਦ ਗੁਰਮੇਲ ਮੜਾਹਟ ਜੀ, ਬਹੁਤ ਪ੍ਰਸਿੱਧ ਕਹਾਣੀਕਾਰ ਸੰਗਰੂਰ ਦੇ, ਉਹਨਾਂ ਨੇ ਮੇਰੀਆਂ ਕਹਾਣੀਆਂ ਆਪਣੀ ਮੈਗਜ਼ੀਨ ਸ਼ੋਖੀਆਂ ਦੇ ਵਿੱਚ ਛਾਪਣੀਆਂ ਸ਼ੁਰੂ ਕੀਤੀਆਂ। ਉੱਥੋਂ ਮੈਨੂੰ ਥੋੜ੍ਹਾ ਜਿਹਾ ਕਹਿਣ ਦਾ ਮਤਲਬ ਇਹ ਹੈ ਕਿ +2 ਤੱਕ ਆਉਂਦਿਆਂ ਮੇਰੀਆਂ ਕੁਝ ਜਿਹੜੀਆਂ ਕਹਾਣੀਆਂ ਜਾਂ ਕਵਿਤਾਵਾਂ ਜਦੋਂ ਛਪ ਗਈਆਂ ਤਾਂ ਮੈਂ ਉਹੀ ਚੀਜ਼ਾਂ ਅੱਗੇ ਜਾ ਕੇ +2 ਤੋਂ ਬਾਅਦ ਚੰਡੀਗੜ੍ਹ ਵੀ ਸਾਹਿਤ ਸਭਾ ਦੇ ਵਿੱਚ ਪੜ੍ਹਨੀਆਂ ਸ਼ੁਰੂ ਕੀਤੀਆਂ। ਤਾਂ ਉੱਥੇ ਮੇਰੀ ਮੁਲਾਕਾਤ ਬਹੁਤ ਸਾਰੇ ਰਾਈਟਰਸ ਨਾਲ ਹੋਈ, ਜਿਨ੍ਹਾਂ 'ਚੋਂ ਮੋਹਨ ਭੰਡਾਰੀ ਜੀ, ਗੁਰਸ਼ਰਨ ਭਾਜੀ, ਹੋਰ ਬੜੇ ਜਿਨ੍ਹਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਗੁਰਸ਼ਰਨ ਭਾਜੀ ਨਾਲ ਮੈਂ ਟੋਆ ਨਾਟਕ, ਜਿਹੜਾ ਸੀ ਬਹੁਤ ਪ੍ਰਸਿੱਧ ਨਾਟਕ ਹੈ ਉਹਨਾਂ ਦਾ, ਨੁੱਕੜ ਨਾਟਕ ਉਹ ਕਰਦੇ ਹੁੰਦੇ ਸੀ। ਅਸੀਂ ਉਹ ਕਰਨ ਲਈ ਚੰਡੀਗੜ੍ਹ ਦੀਆਂ ਗਲੀਆਂ ਦੇ ਵਿੱਚ ਜਾਇਆ ਕਰਦੇ ਸੀਗੇ ਇਕੱਠੇ ਭਾਜੀ ਦੇ ਨਾਲ, ਤੇ ਹੋਰ ਕੁਝ ਮੁੰਡੇ ਸੀਗੇ, ਡਾਕਟਰ ਸਾਹਿਬ ਸਿੰਘ ਦੀ ਵੀ ਸਾਡੇ ਨਾਲ ਹੀ ਹੁੰਦੇ ਸੀਗੇ, ਅੱਜ ਕੱਲ੍ਹ ਬਹੁਤ ਵੱਡੇ ਨਾਟਕਕਾਰ ਨੇ। ਸੋ ਉਹਨਾਂ ਦੇ ਨਾਲ ਕੰਮ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਕਹਾਣੀਆਂ ਆਪਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਤੇ ਮੋਹਨ ਭੰਡਾਰੀ ਜੀ ਨੇ ਜਦੋਂ ਮੇਰੀਆਂ ਕਹਾਣੀਆਂ, ਕਿਉਂਕਿ ਮੈਂ ਕਹਾਣੀਆਂ, ਤੁਹਾਨੂੰ ਪਤਾ ਹੈ, ਜਿਵੇਂ ਜ਼ਿੰਦਗੀ ਦਾ ਜੋ ਮੇਰਾ ਤਜਰਬਾ ਸੀਗਾ ਉਹੀ ਕਹਾਣੀਆਂ ਦੇ ਵਿੱਚ ਮੈਂ ਪੇਸ਼ ਕਰਦਾ ਸੀਗਾ ਆਪਣੀ ਕਹਾਣੀਆਂ ਦੇ ਵਿੱਚ। ਤਾਂ ਭੰਡਾਰੀ ਸਾਹਿਬ ਮੇਰੀਆਂ ਕਹਾਣੀਆਂ ਤੋਂ ਬੜੇ ਮੁਤਾਸਰ ਹੋਏ ਤਾਂ ਉਹਨਾਂ ਨੇ ਮੇਰੀ ਮੁਲਾਕਾਤ ਡਾਕਟਰ ਕੇਸਰ ਸਿੰਘ ਕੇਸਰ ਨਾਲ ਕਰਾਈ, ਜਿਹੜੇ ਕਿ ਉਸ ਵੇਲੇ ਪੰਜਾਬੀ ਵਿਭਾਗ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੈੱਡ ਸੀਗੇ, ਮੁਖੀ ਸੀਗੇ। ਤਾਂ ਉਹਨਾਂ ਦੇ ਨਾਲ ਜਦੋਂ ਰਾਬਤਾ ਕਾਇਮ ਹੋਇਆ ਤਾਂ ਡਾਕਟਰ ਕੇਸਰ ਹੋਰਾਂ ਨੇ ਕਿਹਾ ਕਿ ਮੈਂ ਤੈਨੂੰ ਇੱਥੇ ਲੈ ਕੇ ਆਉਣਾ ਹੈ, MA ਉੱਥੇ ਕਰਾਉਣੀ ਹੈ
ਔਰ PhD ਵੀ ਫਿਰ ਮੈਂ ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਤੋਂ ਕੀਤੀ। ਬਹੁਤ ਵੱਡੇ ਥਿੰਕਰ ਪੰਜਾਬੀ ਦੇ ਹੋਏ ਨੇ, ਮਾਰਕਸਵਾਦੀ ਚਿੰਤਕ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਜੀ। ਤਾਂ ਇਸੇ ਤਰ੍ਹਾਂ ਯਾਨੀ ਕਿ ਮੈਨੂੰ ਇੱਕ ਤੋਂ ਬਾਅਦ ਇੱਕ ਜਦੋਂ ਇੱਦਾਂ ਦੇ ਲੋਕ ਮਿਲਦੇ ਗਏ ਜੀ ਤਾਂ ਉਹਨਾਂ ਦੇ ਕਾਰਨ ਮੇਰਾ ਜਿਹੜਾ ਸੀਗਾ ਪੜ੍ਹਨ ਲਿਖਣ ਦਾ ਮਾਹੌਲ ਜਿਹੜਾ ਸੀਗਾ ਉਹ ਬਣਦਾ ਗਿਆ। ਚੰਡੀਗੜ੍ਹ ਤੋਂ ਬਾਅਦ ਫਿਰ ਤੁਸੀਂ ਕਿੱਥੇ, ਪਟਿਆਲੇ ਇੱਧਰ ਪੰਜਾਬ ਦੇ ਵੱਲ ਕਿਸ ਤਰ੍ਹਾਂ ਵਾਪਸੀ ਕੀਤੀ ਫਿਰ ਉਸ ਤੋਂ ਬਾਅਦ? ਹਾਂ, ਚੰਡੀਗੜ੍ਹ ਦੇ ਵਿੱਚ ਦੌਰਾਨ ਮੇਰੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਬਹੁਤ ਵੱਡਾ ਜਿਹੜਾ ਮੈਂ ਕੁਝ ਕਰ ਸਕਿਆ ਉਹ ਇਹ ਸੀਗਾ ਕਿ ਇੱਕ ਤਾਂ ਜਿਹੜਾ ਮੈਂ ਸਪੋਰਟਸ ਕਰਦਾ ਸੀਗਾ, ਮੈਨੂੰ ਸਪੋਰਟਸ ਦੇ ਆਧਾਰ 'ਤੇ ਹੀ ਜਿਹੜਾ ਸੀਗਾ ਐਡਮਿਸ਼ਨ ਮਿਲਦੀ ਸੀਗੀ, ਚਾਹੇ ਉਹ ਮੈਂ MA ਦੀ ਗੱਲ ਕਰਾਂ ਜਾਂ BA ਦੀ ਗੱਲ ਕਰਾਂ। ਤਾਂ ਸਪੋਰਟਸ ਦੇ ਵਿੱਚ ਮੈਂ 5 ਇੰਟਰਵਰਸਿਟੀ ਜਿਹੜੀਆਂ ਨੇ ਉਹ ਖੇਡੀਆਂ ਔਰ ਪੰਜਾਬ ਯੂਨੀਵਰਸਿਟੀ ਦਾ ਕੈਪਟਨ ਰਿਹਾ ਤੇ ਇਸੇ ਤਰ੍ਹਾਂ ਸੀਨੀਅਰ ਨੈਸ਼ਨਲ ਖੇਡਿਆ ਚੰਡੀਗੜ੍ਹ ਰਹਿ ਕੇ, ਤੇ ਹੋਰ ਕਈ ਨੈਸ਼ਨਲਸ ਜਿਹੜੀਆਂ ਸੀਗੀਆਂ ਉਹ ਮੇਰੇ ਕੋਚ ਸਰਦਾਰ ਮਨਜੀਤ ਸਿੰਘ ਜੀ ਵਾਲੀਆਂ ਉਹਨਾਂ ਦੇ ਅੰਡਰ ਮੈਂ ਖੇਡਿਆ ਉੱਥੇ ਔਰ ਬਹੁਤ ਮੈਨੂੰ ਲੱਗਦਾ ਕਿ ਇੱਕ ਵੱਡੀ ਸਫਲਤਾ ਮੈਂ ਹਾਸਲ ਕੀਤੀ ਸਪੋਰਟਸ ਦੇ ਵਿੱਚ। ਤੇ ਇਸੇ ਦੌਰਾਨ ਨਾਲ ਪੈਰਲਲ ਜਿਹੜਾ ਸੀਗਾ ਪੜ੍ਹਾਈ ਲਿਖਾਈ ਦਾ ਚੱਲਦਾ ਰਿਹਾ ਤੇ ਮੇਰਾ ਸ਼ੌਕ ਹੌਲੀ ਹੌਲੀ ਕਹਾਣੀ ਤੋਂ ਹਟ ਕੇ ਆਲੋਚਨਾ ਵੱਲ ਆ ਗਿਆ ਤੇ ਮੈਂ ਆਲੋਚਨਾਤਮਕ ਲੇਖ ਲਿਖਣੇ ਸ਼ੁਰੂ ਕੀਤੇ MA ਵਿੱਚ ਔਰ MA ਤੋਂ ਬਾਅਦ। ਤੇ MA ਤੋਂ ਬਾਅਦ ਜਦੋਂ ਮੇਰਾ ਅਜੇ ਰਿਜ਼ਲਟ ਨਹੀਂ ਸੀ ਆਇਆ ਤਾਂ ਅਚਾਨਕ ਪਟਿਆਲੇ ਇੱਕ ਯਾਦਵਿੰਦਰਾ ਪਬਲਿਕ ਸਕੂਲ ਜਿਹੜਾ ਬੜਾ YPS ਬੜਾ ਪ੍ਰਸਿੱਧ ਸਕੂਲ ਮੰਨਿਆ ਜਾਂਦਾ ਹੈ, ਉਹਦੇ ਵਿੱਚ ਮੈਂ ਪੰਜਾਬੀ ਦੀ ਪੋਸਟ ਲਈ ਅਪਲਾਈ ਕੀਤਾ 1994 ਦੇ ਵਿੱਚ। ਅਜੇ ਮੇਰਾ ਰਿਜ਼ਲਟ ਨਹੀਂ ਸੀ ਆਇਆ MA ਦਾ ਤੇ ਬਾਈ ਚਾਂਸ ਕਿਉਂਕਿ ਮੇਰੇ ਕੋਲ ਸਰਟੀਫਿਕੇਟ ਕਾਫੀ ਸੀਗੇ ਜਿਹਦੇ ਵਿੱਚ ਮੈਂ ਕਹਾਂ ਕਿ ਮੈਂ NCC ਦਾ ਸਾਰਜੈਂਟ ਰਿਹਾ ਔਰ NSS ਮੈਂ ਕਾਲਜ ਦੇ ਵਿੱਚ ਕੀਤੀ ਤੇ ਇਸੇ ਤਰ੍ਹਾਂ ਸਕੂਲ ਦੇ ਵਿੱਚ ਵੀ ਮੈਂ NCC ਸ਼ੁਰੂ ਕੀਤੀ ਸੀਗੀ। ਕਾਫੀ ਸਰਟੀਫਿਕੇਟ ਨੈਸ਼ਨਲ ਲੈਵਲ ਦੇ ਸਰਟੀਫਿਕੇਟ ਜਦੋਂ ਲਗਾਏ ਤਾਂ ਡਾਕਟਰ ਹਰੀਸ਼ ਢਿੱਲੋਂ ਜਿਹੜੇ ਕਿ ਬਹੁਤ ਪ੍ਰਸਿੱਧ ਅੰਗਰੇਜ਼ੀ ਦੇ ਕਹਾਣੀਕਾਰ, ਅੰਗਰੇਜ਼ੀ ਦੇ ਰਾਈਟਰ ਨੇ, ਉਹ ਉਸ ਵੇਲੇ ਯਾਦਵਿੰਦਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੀਗੇ। ਜਦੋਂ ਉਹਨਾਂ ਨੇ ਮੇਰੀ ਇਸ ਕੰਟਰੀਬਿਊਸ਼ਨ ਨੂੰ ਪਛਾਣਿਆ, ਜਦੋਂ ਇੰਟਰਵਿਊ ਹੋਈ ਤਾਂ ਉਹਨਾਂ ਨੇ ਮੈਨੂੰ ਘੱਟੋ ਘੱਟ 30-40 ਜਿਹੜੇ ਸਾਥੀ ਮੇਰੇ ਆਏ ਹੋਏ ਸੀਗੇ ਇੰਟਰਵਿਊ ਦੇਣ, ਉਹਦੇ ਵਿੱਚੋਂ ਮੇਰੀ ਸਿਲੈਕਸ਼ਨ ਇਕੱਲੇ ਦੀ ਹੋਈ ਯਾਦਵਿੰਦਰਾ ਪਬਲਿਕ ਸਕੂਲ। ਤੇ ਉਹ ਵੀ ਮੈਨੂੰ ਲੱਗਦਾ ਕਿ ਮੇਰੇ ਲਈ ਇੱਕ ਬਹੁਤ ਵੱਡਾ ਇੱਕ ਸੁਭਾਗਾ ਦਿਨ ਸੀਗਾ ਜਦੋਂ ਮੈਨੂੰ ਪਹਿਲੀ ਵਾਰੀ ਇਹ ਅਹਿਸਾਸ ਹੋਇਆ ਕਿ ਮੇਰੀ ਜਿਹੜੀ ਇਸ ਮਿਹਨਤ ਦਾ ਮੁੱਲ ਡਾਕਟਰ ਹਰੀਸ਼ ਢਿੱਲੋਂ ਨੇ MA ਪੰਜਾਬੀ ਕਰਨ ਤੋਂ ਬਾਅਦ YPS ਦੇ ਵਿੱਚ ਮੈਂ ਪੰਜਾਬੀ ਟੀਚਰ ਦੇ ਤੌਰ ਤੇ ਭਰਤੀ ਹੋ ਗਿਆ। ਇਹ ਕਿਹੜੇ ਸਾਲ ਦੀ ਗੱਲ? 1994 ਦੇ ਵਿੱਚ। 1994 ਜੀ ਹਾਂ। ਮੈਂ ਉਸ ਤੋਂ ਬਾਅਦ ਫਿਰ ਇਹ ਸਫ਼ਰ ਅੱਗੇ ਕਿਵੇਂ ਚੱਲਦਾ ਗਿਆ? ਉਸ ਤੋਂ ਬਾਅਦ ਕੋਈ ਹੋਰ ਘਟਨਾ ਇਹੋ ਜਿਹੀ ਵਾਪਰੀ ਹੋਵੇ ਜਿਹਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਨਵਾਂ ਸਬਕ ਦਿੱਤਾ ਹੋਵੇ? ਹਾਂ, ਉਸ ਤੋਂ ਬਾਅਦ ਜਦੋਂ ਡਾਕਟਰ ਹਰੀਸ਼ ਢਿੱਲੋਂ ਜੀ ਦੇ ਰਾਹੀਂ ਮੈਂ ਬਤੌਰ ਟੀਚਰ YPS ਦੇ ਵਿੱਚ ਭਰਤੀ ਹੋਇਆ ਤਾਂ ਡਾਕਟਰ ਢਿੱਲੋਂ ਹੋਰਾਂ ਦੇ ਨਾਲ ਮੇਰਾ ਇੱਕ ਨਿੱਜੀ ਜਿਹੜਾ ਸੀਗਾ ਉਹ ਸਾਡਾ, ਕਿਉਂਕਿ ਉਹ ਵੀ ਰਾਈਟਰ ਸੀਗੇ, ਉਹ ਵੀ ਬਹੁਤ ਮਹਾਨ ਇਨਸਾਨ ਸੀਗੇ, ਉਹਨਾਂ ਦੇ ਨਾਲ ਬਹੁਤ ਲਗਾਅ ਹੋ ਗਿਆ। ਉਹਨਾਂ ਦੇ ਨਾਲ ਬਹੁਤ ਜ਼ਿਆਦਾ ਮੈਂ ਉਹਨਾਂ ਦਾ ਇੱਜ਼ਤ, ਜੇ ਆਪਣਾ ਗੋਡ ਫਾਦਰ ਮੰਨਦਾ ਤਾਂ ਡਾਕਟਰ ਹਰੀਸ਼ ਢਿੱਲੋਂ ਨੂੰ ਮੰਨਦਾ। ਉਹਨਾਂ ਨੇ ਬਹੁਤ ਮੇਰੀ ਹੈਲਪ ਕੀਤੀ, ਮੈਨੂੰ ਸਮਝਿਆ ਉਹਨਾਂ ਨੇ ਔਰ ਮੈਂ ਬਹੁਤ ਕੁਝ ਉਹਨਾਂ ਤੋਂ ਸਿੱਖਿਆ। ਜੀ ਡਾਕਟਰ ਸਾਹਿਬ, ਸਾਡੀ ਗੱਲਬਾਤ ਜਾਰੀ ਹੈ। ਮੈਂ ਦਰਸ਼ਕਾਂ ਨੂੰ ਇੱਥੇ ਦੱਸ ਦਿੰਦਾ ਕਿ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾਕਟਰ ਭੀਮਿੰਦਰ ਸਿੰਘ ਜੁੜੇ ਹੋਏ ਨੇ। ਅਸੀਂ ਉਹਨਾਂ ਦੀ ਜੀਵਨ ਦੇ ਵਿੱਚ, ਉਹਨਾਂ ਦੀ ਸ਼ਖਸੀਅਤ ਦੇ ਉੱਤੇ ਪ੍ਰੋਗਰਾਮ ਕਰ ਰਹੇ ਹਾਂ ਕਿ ਉਹ ਕਿਵੇਂ ਇਸ ਮੁਕਾਮ ਤੱਕ ਪਹੁੰਚੇ, ਕਿਵੇਂ ਇੱਥੇ ਤੱਕ ਪਹੁੰਚੇ, ਉਹਨਾਂ ਦੇ ਜੀਵਨ ਦੇ ਵਿੱਚ ਸੰਘਰਸ਼, ਰਾਹ ਦੇ ਵਿੱਚ ਔਕੜਾਂ ਕਿਸ ਤਰ੍ਹਾਂ ਦੀਆਂ ਆਈਆਂ। ਡਾਕਟਰ ਸਾਹਿਬ, ਸਾਡੀ ਗੱਲਬਾਤ ਜਾਰੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ YPS ਦੇ ਵਿੱਚ ਸਿਲੈਕਟ ਹੋ ਜਾਂਦੇ ਹੋ, ਉਸ ਤੋਂ ਬਾਅਦ ਇੱਕ ਕਿੰਨੇ ਕੁ ਸਾਲ ਤੁਸੀਂ ਉੱਥੇ ਨੌਕਰੀ ਕੀਤੀ ਜਾਂ PhD ਦਾ ਸਬਬ ਕਿਸ ਤਰ੍ਹਾਂ ਬਣ ਗਿਆ? ਉਸ ਤੋਂ ਬਾਅਦ 1994 ਦੇ ਵਿੱਚ ਮੈਂ ਜਦੋਂ ਹੀ ਮੇਰਾ ਰਿਜ਼ਲਟ MA ਦਾ ਆਇਆ ਤਾਂ ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਦੇ ਅਧੀਨ ਮੈਂ PhD ਆਪਣੀ ਨਾਲ ਦੀ ਨਾਲ ਸਟਾਰਟ ਕੀਤੀ ਉਸੇ ਸਾਲ ਹੀ 1994 ਦੇ ਵਿੱਚ ਹੀ। ਤੇ ਨਾਲ ਦੀ ਨਾਲ ਮੈਂ ਜੌਬ ਕਰਦਾ ਰਿਹਾ ਕਿਉਂਕਿ PhD ਦੇ ਵਿੱਚ ਤੁਹਾਨੂੰ ਰੈਗੂਲਰ ਕਲਾਸਾਂ ਦੇ ਲਈ ਨਹੀਂ ਜਾਣਾ ਪੈਂਦਾ ਜੀ, ਉਹਦੇ ਲਈ ਤੁਸੀਂ ਬਾਹਰ ਰਹਿ ਕੇ ਵੀ ਆਪਣਾ ਜਿਹੜਾ ਰਿਸਰਚ ਦਾ ਕੰਮ ਕਰ ਸਕਦੇ ਹੋ। ਸੋ ਮੈਂ ਆਪਣੀ ਰਿਸਰਚ ਦਾ ਕੰਮ ਸ਼ੁਰੂ ਕੀਤਾ ਤੇ ਇਸੇ ਦੌਰਾਨ ਕੁਝ, ਕਿਉਂਕਿ ਮੇਰੇ ਕੋਲ ਆਰਟੀਕਲ ਛਪੇ ਹੋਏ ਸੀਗੇ ਤਾਂ 2000 ਦੇ ਵਿੱਚ ਮੇਰੀ ਪਹਿਲੀ ਕਿਤਾਬ ਉਹਨਾਂ ਆਰਟੀਕਲਾਂ ਦੀ ਆਈ। ਉਹਦਾ ਨਾਮ ਸੀਗਾ ਸਮਾਜ, ਸਿਆਸਤ ਅਤੇ ਸਾਹਿਤ।
ਜਿਹੜੀ ਕਿ ਬਹੁਤ ਲੋਕਾਂ ਦੁਆਰਾ ਉਹਨੂੰ ਪਸੰਦ ਕੀਤਾ ਗਿਆ। ਬਹੁਤ ਵਧੀਆ ਉਹਨਾਂ ਦਿਨਾਂ ਦੇ ਵਿੱਚ ਮੈਂ 27-28 ਸਾਲ ਦਾ ਸੀਗਾ ਤਾਂ ਉਹ ਮੇਰੀ ਪਹਿਲੀ ਕਿਤਾਬ ਜਿਹਦੇ ਬਾਰੇ ਗੁਰਸ਼ਰਨ ਭਾਜੀ ਨੇ, ਪ੍ਰੋਫੈਸਰ ਰਣਧੀਰ ਸਿੰਘ ਹੋਰਾਂ ਨੇ ਇਹਨਾਂ ਦੀ ਬਹੁਤ ਪ੍ਰਸ਼ੰਸਾ ਉਸ ਕਿਤਾਬ ਦੀ ਹੋਈ ਔਰ ਪ੍ਰੋਫੈਸਰ ਗੁਰਦਿਆਲ ਸਿੰਘ, ਡਾਕਟਰ ਕੇਸਰ ਹੋਰਾਂ ਨੇ ਉਹਨੂੰ ਰਿਲੀਜ਼ ਕੀਤਾ ਚੰਡੀਗੜ੍ਹ ਦੇ ਵਿੱਚ। ਸੋ ਉਸ ਕਿਤਾਬ ਦੇ ਰਾਹੀਂ ਮੈਨੂੰ ਇੱਕ ਬੜਾ ਬੂਸਟ ਮਿਲਿਆ, ਬਹੁਤ ਉਤਸ਼ਾਹ ਮਿਲਿਆ ਕਿ ਮੈਂ ਕੁਝ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰ ਸਕਦਾ, ਚੰਗਾ ਲਿਖ ਸਕਦਾ। ਤਾਂ ਉਸ ਤੋਂ ਬਾਅਦ ਮੇਰੀ ਉਸੇ ਸਾਲ ਫਿਰ ਇੱਕ ਨਵੀਂ ਕਿਤਾਬ ਆਈ ਜਿਹਨੇ ਮੈਨੂੰ ਪੰਜਾਬੀ ਆਲੋਚਨਾ ਦੇ ਖੇਤਰ ਦੇ ਵਿੱਚ ਜੇ ਆਪਾਂ ਕਹਿ ਸਕਦੇ ਹਾਂ ਕਿ ਐਸਟੈਬਲਿਸ਼ ਕਰਨ ਵਾਲੀ ਕਿਤਾਬ ਸੀਗੀ, ਉਹ ਸੀਗੀ ਸਮਕਾਲੀ ਮਾਰਕਸੀ ਚਿੰਤਨ, ਜਿਹਦੀਆਂ ਕਿ ਬਹੁਤ ਸਾਰੀਆਂ ਬਾਅਦ ਦੇ ਵਿੱਚ ਐਡੀਸ਼ਨਸ ਆਈਆਂ, ਲਗਭਗ 4-5 ਵਾਰੀ ਉਹ ਛਪ ਚੁੱਕੀ ਆ। ਅੱਜ ਵੀ ਉਹਦੀ ਬਹੁਤ ਡਿਮਾਂਡ ਹੈ, ਜਿਹਦੇ ਵਿੱਚ ਦੁਨੀਆ ਭਰ ਦੇ ਜਿਹੜੇ ਵੱਡੇ ਥਿੰਕਰ ਸੀਗੇ, ਜਿਹਦੇ ਵਿੱਚ ਆਪਾਂ ਕਹੇ ਕਿ ਮਾਰਕਸਿਸਟ ਥਿੰਕਰ, ਉਹਨਾਂ ਦੇ ਅਨੁਵਾਦ ਇਸ ਪੁਸਤਕ ਦੇ ਵਿੱਚ ਸ਼ਾਮਲ ਕੀਤੇ ਗਏ। ਸੋ ਇਸ ਪੁਸਤਕ ਨੇ ਮੇਰੀ ਜਿਹੜੀ ਸੀਗੀ ਪਛਾਣ ਪੰਜਾਬੀ ਆਲੋਚਨਾ ਦੇ ਵਿੱਚ ਬਣਾਈ। ਉਸ ਤੋਂ ਬਾਅਦ ਲਗਾਤਾਰ ਲਗਭਗ ਮੇਰੀਆਂ 2 ਦਰਜਨ ਕਿਤਾਬਾਂ ਜਿਹੜੀਆਂ ਨੇ ਉਹ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਨੇ, ਜਿਹਦੇ ਵਿੱਚ ਮੈਂ ਸੰਪਾਦਨਾ ਵੀ ਕੀਤੀ ਹੈ, ਜਿਹਦੇ ਵਿੱਚ ਅਨੁਵਾਦ ਵੀ ਕੀਤਾ ਹੈ, ਜਿਹਦੇ ਵਿੱਚ ਮੇਰੀਆਂ ਲਗਭਗ 8 ਜਿਹੜੀਆਂ ਨੇ ਓਰੀਜਨਲ ਕਿਤਾਬਾਂ ਨੇ, ਜਿਹੜੀਆਂ ਕਿ ਲਗਾਤਾਰ ਸਾਡੇ ਜਿਹੜੇ ਚਿੰਤਕ ਨੇ ਜਾਂ ਖੋਜਾਰਥੀ ਨੇ ਜਾਂ ਵਿਦਿਆਰਥੀ ਨੇ ਉਹਦੇ ਬਾਰੇ ਜਿਹੜੀ ਹੈਗੀ ਹੈ ਗੱਲਬਾਤ ਹੁੰਦੀ ਰਹਿੰਦੀ ਹੈ। ਡਾਕਟਰ ਸਾਹਿਬ, ਕਈ ਵਾਰੀ ਇੱਦਾਂ ਹੁੰਦਾ ਹੈ ਕਿ ਬੰਦਾ ਜ਼ਿੰਦਗੀ ਦੇ ਵਿੱਚ ਜਦੋਂ ਇੰਨਾ ਕੁਝ ਦੇਖ ਲਿਆ, ਇੰਨਾ ਕੁਝ ਕਰ ਲਿਆ, ਕਈ ਵਾਰੀ ਇੱਦਾਂ ਹੁੰਦਾ ਬੰਦਾ MA ਕਰ ਲਈ, BA ਕਰ ਲਈ, MA ਕਰ ਲਈ, ਬੰਦਾ ਛੱਡ ਦਿੰਦਾ ਪੜ੍ਹਾਈ ਕਿ ਬਸ ਬਹੁਤ ਹੋ ਗਿਆ, ਸੰਤੁਸ਼ਟ ਹਾਂ। ਤੁਸੀਂ PhD ਤੱਕ ਕਿਸ ਤਰ੍ਹਾਂ ਪਹੁੰਚੇ? ਉਹ ਸਫ਼ਰ ਬੜਾ ਅਹਿਮ ਹੈ ਕਿਉਂਕਿ ਤੁਸੀਂ ਕਿੱਥੋਂ ਸ਼ੁਰੂ ਹੋਏ, ਬਚਪਨ ਦੇ ਵਿੱਚ ਹੀ ਮਾਤਾ ਦੀ ਡੈਥ ਹੋ ਜਾਂਦੀ ਹੈ, ਖੁਦਕੁਸ਼ੀ ਹੋ ਜਾਂਦੀ ਹੈ, ਇੰਨਾ ਕੁਝ ਝੱਲਣ ਦੇ ਬਾਵਜੂਦ ਵੀ ਤੁਸੀਂ ਕਿਸ ਤਰ੍ਹਾਂ ਇੰਨੇ ਹਨੇਰ ਝੱਖੜ ਦੇ ਵਿੱਚ ਡਟੇ ਰਹੇ? ਉਹਦਾ ਕਾਰਨ ਇਹ ਸੀਗਾ ਕਿ ਮੈਨੂੰ ਇਹ ਲੱਗਦਾ ਸੀਗਾ ਕਿ ਜੇ ਮੇਰੀ ਹੋਂਦ ਹੋਏਗੀ ਸਮਾਜ ਦੇ ਵਿੱਚ ਜਾਂ ਮੈਂ ਇਹ ਕੁਝ ਅੱਗੇ ਵਧਣਾ ਚਾਹੁੰਦਾ ਤਾਂ ਇੱਕੋ ਦਾ ਤਰੀਕਾ ਹੈ ਕਿ ਐਜੂਕੇਸ਼ਨ, ਪੜ੍ਹਾਂ ਮੈਂ, ਪੜ੍ਹਾਈ ਹੀ ਮੈਨੂੰ ਅੱਗੇ ਲੈ ਕੇ ਜਾ ਸਕਦੀ ਹੈ। ਜੇ ਮੇਰੇ ਕੋਲ ਪੜ੍ਹਾਈ ਨਹੀਂ ਹੋਏਗੀ ਤਾਂ ਮੈਨੂੰ ਇਸ ਸਮਾਜ ਦੇ ਵਿੱਚ ਰੁਲਣਾ ਪੈ ਸਕਦਾ ਹੈ। ਇਹ ਕਿਤੇ ਨਾ ਕਿਤੇ ਮੇਰੇ ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਸੀਗੀ। ਸੋ ਇਸ ਆਵਾਜ਼ ਨੂੰ ਸੁਣ ਕੇ ਮੈਨੂੰ ਇਹ ਲੱਗਦਾ ਸੀਗਾ ਕਿ ਚਾਹੇ ਮੈਂ ਭੁੱਖਾ ਰਵਾਂ, ਚਾਹੇ ਇੱਥੋਂ ਤੱਕ ਕੁਝ ਵੀ ਹੋ ਜਾਏ ਮੈਨੂੰ, ਪਰ ਮੈਂ ਆਪਣੀ ਪੜ੍ਹਾਈ ਨਹੀਂ ਛੱਡਣੀ। ਸੋ ਪੜ੍ਹਾਈ ਨਾ ਛੱਡ ਕੇ, ਜਿਵੇਂ ਮੈਂ ਕਿਹਾ ਕਿ ਜਦੋਂ ਮੈਂ MA ਵੀ ਕਰ ਲਈ ਤਾਂ ਵੀ ਨਾਲ ਦੀ ਨਾਲ ਮੈਂ PhD ਸ਼ੁਰੂ ਕੀਤੀ ਔਰ PhD ਦੇ ਹੁੰਦਿਆਂ ਹੀ ਨਾਲ ਮੈਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ। ਸੋ ਇਸ YPS ਸਕੂਲ ਦੇ ਵਿੱਚ ਕਿੰਨੇ ਸਾਲ? YPS ਸਕੂਲ ਦੇ ਵਿੱਚ ਲਗਭਗ ਮੈਂ 9 ਸਾਲ ਪੜ੍ਹਾਇਆ ਔਰ 2003 ਤੱਕ ਆਉਂਦਿਆਂ ਮੇਰੀ ਸਿਲੈਕਸ਼ਨ ਪਬਲਿਕ ਕਾਲਜ ਸਮਾਣੇ ਲੈਕਚਰਰ ਦੇ ਤੌਰ ਤੇ ਹੋ ਗਈ। ਤਾਂ ਇਸ ਦੌਰਾਨ ਲੈਕਚਰਰ ਤੱਕ ਜਦੋਂ ਪਹੁੰਚਦਿਆਂ ਤਾਂ ਮੇਰੀਆਂ 4 ਪੁਸਤਕਾਂ ਜਿਹੜੀਆਂ ਸੀਗੀਆਂ ਉਹ ਆ ਚੁੱਕੀਆਂ ਸੀਗੀਆਂ। 4 ਪੁਸਤਕਾਂ ਦਾ ਮੈਂ ਲੇਖਕ ਉਦੋਂ ਉਸ ਵੇਲੇ ਤੱਕ ਬਣ ਚੁੱਕਿਆ ਸੀਗਾ ਔਰ ਉਹ ਪੁਸਤਕਾਂ ਦੀ ਕਾਫੀ ਜਿਹੜੀ ਹੈਗੀ ਸੀ ਲੋਕਾਂ ਦੇ ਵਿੱਚ ਡਿਮਾਂਡ ਸੀ। ਉਹਨੂੰ ਵਿਦਵਾਨ ਵੀ ਪੜ੍ਹਨਾ ਚਾਹੁੰਦੇ ਸੀਗੇ, ਉਹਨੂੰ ਵਿਦਿਆਰਥੀ ਵੀ ਪੜ੍ਹਨਾ ਚਾਹੁੰਦੇ ਸੀਗੇ, ਉਹਨਾਂ ਨੂੰ ਖੋਜਾਰਥੀ ਵੀ ਪੜ੍ਹਨਾ ਚਾਹੁੰਦੇ ਸੀਗੇ, ਜਿਨ੍ਹਾਂ ਦਾ ਜੇ ਮੈਂ ਕਹਾਂ ਜ਼ਿਕਰ ਕਰਾਂ ਤਾਂ ਮੇਰਾ ਇੱਕ ਜਿਹੜਾ ਥੀਸਿਸ ਸੀਗਾ ਉਹ ਵੀ ਪੰਜਾਬ ਦੀ ਸਿਆਸਤ ਦੇ ਨਾਲ ਔਰ ਪੰਜਾਬ ਦੇ ਲਿਟਰੇਚਰ ਦੇ ਨਾਲ ਸੰਬੰਧਿਤ ਸੀਗਾ ਕਿ ਪੰਜਾਬੀ ਕਹਾਣੀ ਦੇ ਵਿੱਚ ਰਾਜਨੀਤਿਕ ਚੇਤਨਾ, ਉਹਦੇ ਵਿੱਚ ਪੰਜਾਬ ਦੀ ਹੁਣ ਤੱਕ ਦੀ ਜਿਹੜੀ ਸਿਆਸਤ ਦੇ ਵੱਖ-ਵੱਖ ਪੜਾਅ ਨੇ ਉਹ ਮੈਂ ਕਵਰ ਕੀਤੇ। ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਦੇ ਅੰਡਰ ਕੰਮ ਹੋਇਆ ਔਰ ਉਸ ਦੀ ਕਿਤਾਬ ਜਦੋਂ ਛਪ ਕੇ ਆਈ ਤਾਂ ਉਹਦੀ ਵੀ ਡਿਮਾਂਡ ਬਹੁਤ ਜ਼ਿਆਦਾ ਹੋਈ ਤਾਂ ਉਸ ਥੀਸਿਸ ਨੂੰ ਅੱਜ ਵੀ ਪੜ੍ਹਿਆ ਜਾਂਦਾ ਹੈ। 94 ਦੇ ਵਿੱਚ ਜਦੋਂ ਤੁਸੀਂ YPS ਦੇ ਵਿੱਚ ਆਪਣੀ ਜੌਬ ਕਰਦੇ ਸੀ ਜੀ, PhD ਦੀ ਤਿਆਰੀ ਵੀ ਨਾਲ ਚੱਲਦੀ ਸੀ, ਬਿਲਕੁਲ ਇਹ ਸਭ ਦੇ ਲਈ ਪਰਿਵਾਰ ਚੋਂ ਹੌਸਲਾ ਕਿਵੇਂ ਮਿਲਦਾ ਸੀ? ਪਰਿਵਾਰ ਦੇ ਤੌਰ ਤੇ ਜਿਹੜਾ ਤੁਹਾਨੂੰ ਕੌਣ ਹੌਸਲਾ ਦਿੰਦਾ ਸੀ? ਕਿਉਂਕਿ ਪਿਤਾ ਜੀ ਨਾਲੋਂ ਤੁਸੀਂ ਵੱਖ ਸੀ ਜੀ, ਮਾਤਾ ਜੀ ਤੁਹਾਡੇ ਹੈ ਨਹੀਂ ਸੀ, ਹੋਰ ਪਰਿਵਾਰ ਦੇ ਵਿੱਚ ਦਾਦੀ ਜੀ ਜਾਂ ਨਾਨੀ ਜੀ, ਕੌਣ ਤੁਹਾਨੂੰ ਹੌਸਲਾ ਦਿੰਦਾ? ਦਾਦੀ ਜੀ ਵੀ ਦੁਨੀਆ ਛੱਡ ਗਏ ਸੀ ਜੀ। ਸੁਖਵਿੰਦਰ ਜੀ 94 ਜਦੋਂ ਮੈਂ ਪਟਿਆਲੇ YPS ਜੌਬ ਕਰਨ ਲਈ ਆਇਆ ਜੀ ਤਾਂ ਉਸ ਸਮੇਂ ਤੱਕ ਸਿਰਫ ਮੇਰੇ ਨਾਨੀ ਜੀ ਬਚੇ ਸੀਗੇ। ਬਾਕੀ ਮੇਰੇ ਦਾਦਾ ਜੀ, ਮੇਰੇ ਦਾਦੀ ਜੀ ਜਾਂ ਬਾਕੀ ਜਿਹੜੇ ਸੀਗੇ, ਜਿਵੇਂ ਮੈਂ ਪਹਿਲਾਂ ਕਿਹਾ, ਪਰਿਵਾਰ ਦੇ ਸਾਰੇ ਮੈਂਬਰ ਇੱਕ ਇੱਕ ਕਰਕੇ ਚਲੇ ਗਏ ਸੀਗੇ। ਤਾਂ ਉਸ ਤੋਂ ਬਾਅਦ ਕੀ ਹੋ ਗਿਆ ਕਿ ਜਦੋਂ ਮੈਂ YPS ਪੜ੍ਹਾ ਰਿਹਾ ਸੀਗਾ ਤਾਂ ਮੇਰੀ ਮੈਰਿਜ 1997 ਦੇ ਵਿੱਚ ਡਾਕਟਰ ਨਿਵੇਦਤਾ ਸਿੰਘ ਹੋਰਾਂ ਨਾਲ ਹੋਈ
ਡਾਕਟਰ ਨਿਵੇਦਤਾ ਸਿੰਘ ਹੋਰਾਂ ਬਾਰੇ ਮੈਂ ਜ਼ਰੂਰ ਇਹ ਗੱਲ ਕਰਨੀ ਚਾਹਣਾ ਕਿ ਡਾਕਟਰ ਨਿਵੇਦਤਾ ਪੰਜਾਬੀ ਦੇ ਜਾਂ ਪੰਜਾਬ ਦੇ ਵਾਹਿਦ ਇੱਕ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਕਲਾਸੀਕੀ ਮੌਸੀਕੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ। ਉਹਨਾਂ ਬਹੁਤ ਵੱਡਾ ਨਾਂ ਕਲਾਸੀਕੀ ਮੌਸੀਕੀ ਦੇ ਵਿੱਚ ਲਿਆ ਜਾਂਦਾ ਹੈ ਔਰ ਗੁਰਬਾਣੀ ਗਾਇਨ ਦੇ ਵਿੱਚ ਰਾਗਾਂ ਦੇ ਆਧਾਰਿਤ ਗੁਰਬਾਣੀ ਗਾਇਨ ਦੇ ਵਿੱਚ ਉਹਨਾਂ ਦਾ ਵੱਡਾ ਨਾਂ ਹੈ ਜੀ। ਕਈ ਸੀਡੀਜ਼ ਕਈ ਕੈਸਟਸ ਉਹਨਾਂ ਦੀਆਂ ਆ ਚੁੱਕੀਆਂ ਨੇ ਜੀ ਔਰ ਉਹਨਾਂ ਦੇ ਨਾਲ ਮੇਰੀ ਸ਼ਾਦੀ ਸੁਭਾਗ ਕਹਿ ਸਕਦੇ ਹਾਂ ਕਿ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਜਿਹੜਾ ਸੀਗਾ ਉਹਦੇ ਵਿੱਚ ਰੋਲ ਸੀਗਾ ਉਹਨਾਂ ਦਾ। ਜਿਵੇਂ ਤੁਸੀਂ ਕਿਹਾ ਕਿ ਉਤਸ਼ਾਹ ਜਿਹੜਾ ਹੋਣਾ ਜਾਂ ਇਸੇ ਤਰ੍ਹਾਂ ਕਿਉਂਕਿ ਬੇਹੱਦ ਜ਼ਰੂਰੀ ਹੋ ਜਾਂਦਾ ਨਾ ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਸੰਘਰਸ਼ ਲੜ ਰਹੇ ਹੋ ਹਰ ਪਾਸੇ ਜਿਹੜਾ ਉਹ ਇੱਕ ਮੁਕਾਮ ਤੱਕ ਪਹੁੰਚਣ ਦੇ ਲਈ ਕਿਤੇ ਨਾ ਕਿਤੇ ਹਮਸਫਰ ਦੀ ਜ਼ਰੂਰਤ ਹੁੰਦੀ ਸੀ। ਚੰਗਾ ਹਮਸਫਰ ਹੋਵੇ ਤਾਂ ਜ਼ਿੰਦਗੀ ਸੁਖਾਲੀ ਲੰਘ ਜਾਂਦੀ ਹੈ। ਬਿਲਕੁਲ, ਇਹ ਮੇਰੀ ਖੁਸ਼ ਨਸੀਬੀ ਮੈਂ ਕਹਿ ਸਕਦਾ ਕਿ ਡਾਕਟਰ ਨਿਵੇਦਤਾ ਸਿੰਘ ਹੋਰਾਂ ਦਾ ਸਾਥ ਮੈਨੂੰ ਮਿਲਿਆ ਜੀ। ਸੋ ਇਹਨਾਂ ਦੇ ਨਾਲ ਹੀ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਮਾਤਾ ਜੀ ਡਾਕਟਰ ਕਮਲੇਸ਼ ਉੱਪਲ, ਉਹਨਾਂ ਦਾ ਵੀ ਪੰਜਾਬੀ ਆਲੋਚਨਾ ਦੇ ਵਿੱਚ ਬੜਾ ਵੱਡਾ ਨਾਂ ਹੈ ਜੀ। ਖਾਸ ਤੌਰ 'ਤੇ ਜਿਹੜੀ ਰੰਗਮੰਚ ਔਰ ਨਾਟਕ ਦੀ ਆਲੋਚਨਾ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਨਾਂ ਕਮਾਇਆ ਜੀ। ਇਸੇ ਤਰ੍ਹਾਂ ਇਹਨਾਂ ਦੇ ਪਿਤਾ ਜੀ ਸਰਦਾਰ ਦਲੀਪ ਸਿੰਘ ਉੱਪਲ, ਮੇਰੇ ਸਹੁਰਾ ਸਾਹਿਬ ਜੀ, ਉਹਨਾਂ ਨੂੰ ਲੋਕ ਇੱਕ ਚੰਗੇ ਪਾਠਕ ਦੇ ਤੌਰ 'ਤੇ ਔਰ ਇੱਕ ਚੰਗੇ ਵਾਰਤਕਕਾਰ ਦੇ ਤੌਰ 'ਤੇ ਜਾਣਦੇ ਨੇ। ਅਤੇ ਇਸੇ ਤਰ੍ਹਾਂ ਇਹਨਾਂ ਦੇ ਬ੍ਰਦਰ ਡਾਕਟਰ ਅਲੰਕਾਰ ਸਿੰਘ, ਮੇਰੇ ਸਾਲਾ ਸਾਹਿਬ, ਉਹਨਾਂ ਦਾ ਵੀ ਇਸ ਵੇਲੇ ਮਤਲਬ ਮੈਂ ਕਹਿ ਸਕਦਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਯੁਵਾ ਗਾਇਕ ਨੇ ਕਲਾਸੀਕਲ ਮੌਸੀਕੀ ਦੇ, ਉਹਨਾਂ ਦੇ ਵਿੱਚ ਸਿਰ ਕੱਢਵਾਂ ਜਿਹੜਾ ਨਾਂ ਕਹਿ ਸਕਦੇ ਹਾਂ ਡਾਕਟਰ ਅਲੰਕਾਰ ਸਿੰਘ ਜੀ ਦਾ ਹੈ। ਉਹਨਾਂ ਨੂੰ ਪੂਰੀ ਦੁਨੀਆ ਜਾਣਦੀ ਹੈ। ਸੋ ਇਸ ਪਰਿਵਾਰ ਦੇ ਨਾਲ ਜੁੜਨਾ ਮੇਰਾ ਇਸ ਲਈ ਇੱਕ ਵੱਡੀ ਗੱਲ ਇਸ ਲਈ ਹੋਈ ਕਿ ਵਿਆਹ ਤੋਂ ਬਾਅਦ ਮੇਰੀਆਂ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਸੀਗੀਆਂ ਉਹ ਆਈਆਂ ਕਿਉਂਕਿ ਇੱਕ ਦੂਸਰੇ ਤੋਂ ਅਸੀਂ ਪ੍ਰੇਰਨਾ ਲਈ। ਔਰ ਡਾਕਟਰ ਨਿਵੇਦਤਾ ਸਿੰਘ ਹੋਰਾਂ ਨੇ ਵੀ ਆਪਣੀ ਜਿਹੜੀ PhD ਸੀ ਉਹ ਵਿਆਹ ਤੋਂ ਬਾਅਦ ਕੀਤੀ। ਮੇਰੀ ਵੀ ਜਿਵੇਂ ਮੈਂ ਕਿਹਾ ਕਿ 1994 ਤੋਂ ਬਾਅਦ 2000 ਤੱਕ 2 ਦੇ ਵਿੱਚ ਮੇਰੀ PhD ਵਿਆਹ ਤੋਂ ਬਾਅਦ ਹੀ ਮੁਕੰਮਲ ਹੋਈ। ਸੋ ਇੱਕ ਦੂਜੇ ਤੋਂ ਅਸੀਂ ਪ੍ਰੇਰਨਾ ਲਈ, ਇੱਕ ਦੂਜੇ ਤੋਂ ਬਹੁਤ ਕੁਝ ਸਿੱਖਿਆ। ਉਸ ਤੋਂ ਬਾਅਦ ਸਾਡੇ ਬੱਚੇ ਹੋਏ, ਇੱਕ ਬੇਟਾ ਰਿਆਜ਼ ਔਰ ਬੇਟੀ ਅਸਾਵਰੀ ਔਰ ਇਸ ਵੇਲੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਦੋਵੇਂ ਪੜ੍ਹ ਰਹੇ ਨੇ। ਸੋ ਬਹੁਤ ਜ਼ਹੀਨ ਬੱਚੇ ਹੈ। ਖਾਸ ਤੌਰ 'ਤੇ ਜੇ ਮੈਂ ਕਹਾਂ ਕਿ ਕਲਾਵਾਂ ਦੇ ਵਿੱਚ ਜਾਂ ਲਿਟਰੇਚਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਜਿਹੜਾ ਹੈਗਾ ਦਿਲਚਸਪੀ ਹੈ ਔਰ ਹੌਲੀ ਹੌਲੀ ਇਨਸ਼ਾਅੱਲਾ ਹੋ ਸਕਦਾ ਕਿ ਉਹ ਇਸ ਕਲਾ ਦੇ ਵਿੱਚ ਆਪਣਾ ਨਾਮ ਜ਼ਰੂਰ ਚਮਕਾਉਣਗੇ ਜੀ। ਸੋ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਜ਼ਿੰਦਗੀ ਦੇ ਵਿੱਚ ਅੱਗੇ ਜ਼ਿੰਦਗੀ ਕਿਵੇਂ ਵੱਧਦੀ ਗਈ? 2000 ਤੁਸੀਂ ਦੱਸਿਆ ਕਿ ਤੁਸੀਂ ਪਬਲਿਕ ਕਾਲਜ ਦੇ ਵਿੱਚ ਆਏ ਜੀ, ਤੇ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਆਉਣ ਦਾ ਸਬਬ ਕਿਵੇਂ ਬਣਿਆ? ਡਾਕਟਰ ਸਾਹਿਬ, ਜਦੋਂ 2003 ਦੇ ਵਿੱਚ ਸ਼੍ਰੀ ਬੋਪਾ ਰਾਏ ਜੀ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਸ ਵੇਲੇ ਵਾਈਸ ਚਾਂਸਲਰ ਦੇ ਤੌਰ 'ਤੇ ਆਏ ਤਾਂ ਉਹਨਾਂ ਦੇ ਕਰਕੇ ਜਾਂ ਮੈਂ ਕਹਿ ਸਕਦਾ ਕਿ ਮੇਰੇ ਅਜ਼ੀਜ਼, ਮੇਰੇ ਬਹੁਤ ਮਾਣਯੋਗ ਸ਼ਖਸੀਅਤ ਸਰਦਾਰ ਜਗਜੀਤ ਸਿੰਘ ਜੀ ਆਨੰਦ, ਕਾਮਰੇਡ ਜਗਜੀਤ ਆਨੰਦ ਜੀ, ਜਿਨ੍ਹਾਂ ਦੇ ਕਰਕੇ ਮੈਨੂੰ ਉਹ ਜੌਬ ਜਿਹੜੀ ਸੀਗੀ ਉਹ ਨਸੀਬ ਹੋਈ। ਜਦੋਂ ਉਹਨਾਂ ਨੇ ਮੇਰੀਆਂ ਪੁਸਤਕਾਂ ਆਨੰਦ ਸਾਹਿਬ ਨੇ ਪੜ੍ਹੀਆਂ ਤਾਂ ਉਹ ਬਹੁਤ ਮੁਤਾਸਰ ਹੋਏ ਇਹਨਾਂ ਕਿਤਾਬਾਂ ਤੋਂ। ਤਾਂ ਉਹਨਾਂ ਨੇ ਬੋਪਾ ਰਾਏ ਸਾਹਿਬ ਕੋਲ ਮੇਰੀ ਇਸ ਗੱਲ ਦੀ ਸਿਫਾਰਿਸ਼ ਵੀ ਕੀਤੀ ਅਤੇ ਜਿਨ੍ਹਾਂ ਕਰਕੇ ਮੈਨੂੰ ਬੋਪਾ ਰਾਏ ਸਾਹਿਬ ਨੇ ਜਿਹੜਾ ਸੀਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਦੋਂ ਇਹ ਪੋਸਟ ਨਿਕਲੀ, ਤੁਹਾਡੀ ਕਾਬਲੀਅਤ ਨੂੰ ਦੇਖਦੇ ਹੋਏ, ਮੈਂ ਜਿਵੇਂ ਦੱਸਿਆ ਕਿ ਮੇਰੀਆਂ ਲਗਭਗ 4-5 ਪੁਸਤਕਾਂ ਉਸ ਵੇਲੇ ਆ ਚੁੱਕੀਆਂ ਸੀਗੀਆਂ। ਬਹੁਤ ਸਾਰੇ ਰਿਸਰਚ ਪੇਪਰ ਮੈਂ ਪੜ੍ਹ ਚੁੱਕਿਆ ਸੀਗਾ ਨੈਸ਼ਨਲ ਔਰ ਇੰਟਰਨੈਸ਼ਨਲ ਥਾਵਾਂ ਦੇ ਉੱਤੇ। ਸੋ ਉਸ ਨੂੰ ਦੇਖਦੇ ਹੋਏ ਬੋਪਾ ਰਾਏ ਸਾਹਿਬ ਨੇ ਮੇਰੀ ਜਿਹੜੀ ਚੋਣ ਸੀਗੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਵਿੱਚ ਲੈਕਚਰਰ ਦੇ ਤੌਰ 'ਤੇ ਹੋਈ ਔਰ ਲੈਕਚਰਰ ਤੋਂ ਹੌਲੀ ਹੌਲੀ ਪਹੁੰਚਦਾ ਮੈਂ ਹੁਣ ਇਸ ਵੇਲੇ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਬਣਿਆ ਜੀ। ਸੋ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਮੇਰੇ ਜਿਹੜੇ ਹੈਗੇ ਦੋਸਤਾਂ ਦਾ, ਮੇਰੇ ਜਿਹੜੇ ਗੁਰੂਆਂ ਦਾ ਰੋਲ ਔਰ ਮੇਰੇ ਜਿਹੜੇ ਜਿੰਨੇ ਵੀ ਮੇਰੇ ਰਿਸ਼ਤੇਦਾਰਾਂ ਨੇ ਮੇਰਾ ਜਿਹੜਾ ਸਾਥ ਦਿੱਤਾ ਉਹਨਾਂ ਦਾ ਰੋਲ, ਇਸੇ ਤਰ੍ਹਾਂ ਮੇਰੇ ਜਿਹੜੇ ਗਾਈਡ ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਦਾ ਰੋਲ, ਮੇਰੇ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਡਾਕਟਰ ਨਿਵੇਦਤਾ ਸਿੰਘ
ਮੇਰੇ ਬੱਚਿਆਂ ਦਾ ਔਰ ਖਾਸ ਤੌਰ ਤੇ ਮੇਰੇ ਸਹੁਰਾ ਸਾਹਿਬ, ਮੇਰੀ ਸੱਸ ਸਾਹਿਬ ਔਰ ਹੋਰ ਵੀ ਜਿੰਨੇ ਬਿਲਕੁਲ ਪਰਿਵਾਰ ਦਾ ਪੂਰੇ ਸਾਰਿਆਂ ਦਾ ਰੋਲ ਜਿਹੜਾ ਹੈਗਾ ਮਨੁੱਖ ਸਹਿਯੋਗ ਰਹਿੰਦਾ ਹੈ ਕਿ ਜਦੋਂ ਤੁਸੀਂ ਇਕੱਲਾ ਤਾਂ ਕੁਝ ਵੀ ਨਹੀਂ ਕਰ ਸਕਦਾ। ਸੋ ਉਹਨਾਂ ਸਾਰਿਆਂ ਦੀ ਬਦੌਲਤ ਮੈਂ ਅੱਜ ਜੋ ਵੀ ਹਾਂ ਉਹ ਹਾਂ। ਔਰ ਡਾਕਟਰ ਸਾਹਿਬ ਇਸ ਵੇਲੇ ਤੁਹਾਡੇ ਵੱਲੋਂ ਕੀ ਕੁਝ ਕਾਰਜ ਇਹੋ ਜਿਹੇ ਚੱਲ ਰਹੇ ਨੇ? ਕਈ ਵਾਰੀ ਬੰਦਾ ਸੰਤੁਸ਼ਟ ਹੋ ਜਾਂਦਾ ਜ਼ਿੰਦਗੀ ਤੋਂ, ਜਿਸ ਮੁਕਾਮ ਤੇ ਤੁਸੀਂ ਪਹੁੰਚੇ ਹੋਏ ਹੋ, ਬੰਦਾ ਕਹਿੰਦਾ ਕਿ ਮੈਂ ਨਾਲ ਸਮਾਜ ਸੇਵਾ ਦੇ ਵੱਲ ਵੀ ਧਿਆਨ ਦੇਵਾਂ, ਜਾਂ ਹੋਰ ਵੀ ਜਿਵੇਂ ਤੁਹਾਡੇ ਖਿੱਤੇ ਦੇ ਤੁਹਾਡੇ ਪ੍ਰੋਫੈਸ਼ਨ ਵਿੱਚ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਮਤਲਬ ਕਿ ਘਰ ਤੋਂ ਜਿਸ ਲੈਵਲ ਤੋਂ ਤੁਸੀਂ ਉੱਠੇ ਹੋ ਕਿ ਉਹ ਨਹੀਂ ਪੜ੍ਹ ਸਕਦੇ, ਜਾਂ ਮਜਬੂਰੀਆਂ ਕੋਈ ਇਹੋ ਜਿਹੀਆਂ ਹੁੰਦੀਆਂ ਕਿ ਕੋਈ ਫੀਸ ਵਗੈਰਾ ਨਹੀਂ ਭਰ ਸਕਦਾ, ਤਾਂ ਉੱਥੇ ਤੁਸੀਂ ਉਹਨਾਂ ਦੀ ਕਿਸ ਲੈਵਲ ਤੱਕ ਮਦਦ ਕਰ ਸਕਦੇ? ਜੇ ਉਹ ਤੁਹਾਡੇ ਤੱਕ ਪਹੁੰਚ ਕਰਦੇ ਨੇ ਤਾਂ ਤੁਸੀਂ ਕਿਸ ਤਰ੍ਹਾਂ, ਤੁਹਾਡੇ ਅੰਡਰ ਕੋਈ PhD ਵੀ ਕਰਦੇ ਹੋਣੇ? ਮੇਰੇ ਅੰਡਰ ਹੁਣ ਤੱਕ ਲਗਭਗ 7 ਜਿਹੜੇ ਖੋਜਾਰਥੀ ਨੇ PhD ਕਰ ਚੁੱਕੇ ਨੇ ਜੀ, ਤੇ ਲਗਭਗ 12 ਖੋਜਾਰਥੀ ਹੋਰ ਇਸ ਵੇਲੇ ਕਰ ਰਹੇ ਨੇ। ਤੇ ਇਸੇ ਤਰ੍ਹਾਂ ਕੁਝ MPhil ਅਸੀਂ ਪਿਛਲੇ ਦਿਨਾਂ ਦੇ ਵਿੱਚ ਵਿਭਾਗ ਵੱਲੋਂ ਸਟਾਰਟ ਕੀਤੀ ਗਈ, MPhil ਬੱਚੇ ਕਰ ਰਹੇ ਹੈ। ਜਿਵੇਂ ਤੁਸੀਂ ਕਿਹਾ ਕਿ ਇਸ ਵੇਲੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚੋਂ ਜਦੋਂ ਵੀ ਜਿਹੜੇ ਵੀ ਗਰੀਬ ਜਾਂ ਲੋੜਵੰਦ ਮੈਂ ਕਹਾਂ ਕਿ ਬੱਚੇ ਆ ਰਹੇ ਨੇ, ਉਹਨਾਂ ਨੂੰ ਅਸੀਂ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਇੱਥੇ ਰੱਖ ਕੇ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਫੀਸ ਦੇ ਤੌਰ ਤੇ ਜਾਂ ਕੋਈ ਹੋਰ ਅਸੀਂ ਜੋ ਹੈਲਪ ਕਰ ਸਕਦੇ ਹਾਂ ਅਸੀਂ ਪੈਸਿਆਂ ਦੇ ਤੌਰ ਤੇ ਜਾਂ ਕਿਸੇ ਹੋਰ ਪੱਧਰ ਦੇ ਉੱਤੇ ਅਸੀਂ ਉਹ ਜ਼ਰੂਰ ਕਰਦੇ ਹਾਂ। ਅਸੀਂ ਮੇਨਲੀ ਤਾਂ ਵੱਡਾ ਹਥਿਆਰ ਇਹੀ ਹੈ ਨਾ ਕਿ ਤੁਸੀਂ ਆਪਣੀ ਪੜ੍ਹਾਈ ਜਿਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਇਹੀ ਹੈ ਕਿ ਸਿੱਖਿਆ ਜਿਹੜੀ ਆ ਉਹ ਸੰਪੂਰਨ ਹੋਣੀ ਚਾਹੀਦੀ ਹੈ, ਤਾਂ ਹੀ ਉਹ ਅੱਗੇ ਵੱਧ ਸਕਦੇ ਨੇ, ਤਾਂ ਹੀ ਚਾਨਣ ਮਨਾਰਾ ਜਿਹੜਾ ਬਣ ਸਕਦਾ ਉਹਨਾਂ ਦਾ। ਬਿਲਕੁਲ। ਅਸੀਂ ਇਸੇ ਤਰ੍ਹਾਂ ਜਦੋਂ ਮੈਂ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦਾ ਕੋਆਰਡੀਨੇਟਰ ਬਣਿਆ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੇਅਰ ਹੈ, ਤਾਂ ਉਸ ਦੌਰਾਨ ਭੈਣ ਸੁਰਿੰਦਰ ਕੁਮਾਰੀ ਕੋਛੜ ਜੀ ਦੀ ਬਦੌਲਤ ਅਸੀਂ ਹਰ ਸਾਲ 5 ਲੜਕੀਆਂ ਨੂੰ ਜਾਂ ਲੜਕਿਆਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਵੀ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਜਿੰਨਾ ਕੁ ਅਸੀਂ ਹੈਲਪ ਕਰ ਸਕੇ ਹਾਂ। ਭੈਣ ਜੀ ਜਿਹੜੇ ਨੇ ਸੁਰਿੰਦਰ ਕੁਮਾਰੀ ਕੋਛੜ ਜੀ ਦੇ ਬਾਰੇ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਪਿਤਾ ਜੀ ਕਾਮਰੇਡ ਗੰਦਰਵ ਸਿੰਘ ਕੋਛੜ ਜੀ ਦੀਆਂ ਪੁਸਤਕਾਂ ਸੀਗੀਆਂ, ਉਹ ਵੀ ਅਸੀਂ ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਨੂੰ ਉਹਨਾਂ ਨੇ ਦਾਨ ਕੀਤੀਆਂ। ਸਾਡੀ ਲਾਇਬ੍ਰੇਰੀ ਦੇ ਵਿੱਚ ਹੀ ਉਹ ਸਥਾਪਿਤ ਕੀਤੀਆਂ ਗਈਆਂ ਕਾਰਨਰ। ਸੋ ਉੱਥੇ ਵੀ ਬੱਚੇ ਜਿਹੜੇ ਨੇ ਖੋਜਾਰਥੀ ਜਿਹੜੇ ਨੇ ਵਿਦਿਆਰਥੀ ਉਹਦਾ ਭਰਪੂਰ ਫਾਇਦਾ ਉਠਾ ਰਹੇ ਨੇ। ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਪੈਸੇ ਦੇ ਨਾਲ ਨਾਲ ਅਸੀਂ ਗਿਆਨ ਵੀ ਵੰਡੀਏ। ਸੋ ਗਿਆਨ ਸਭ ਤੋਂ ਵੱਡਾ, ਹਾਂ, ਉਹ ਗਿਆਨ ਦਾ ਕਾਰਨ ਇੱਕ ਅਸੀਂ ਗਿਆਨ ਦਾ ਜਿਹੜਾ ਜ਼ਰੀਆ ਹੈ ਉਹ ਇਹ ਹੁੰਦਾ ਕਿ ਅਸੀਂ ਪੁਸਤਕਾਂ ਦੇ ਰਾਹੀਂ ਬੱਚਿਆਂ ਦੀ ਹੈਲਪ ਕਰਦੇ ਹਾਂ। ਬਹੁਤ ਸਾਰੀਆਂ ਪੁਸਤਕਾਂ ਅਸੀਂ ਛਪਵਾ ਕੇ, ਜਿਵੇਂ ਮੈਂ ਭੈਣ ਸੁਰਿੰਦਰ ਕੁਮਾਰੀ ਕੋਛੜ ਜੀ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਲਗਭਗ 15 ਲੱਖ ਰੁਪਏ ਦੀਆਂ ਪੁਸਤਕਾਂ ਛਾਪ ਕੇ ਖੁਦ ਆਪਣੇ ਵੱਲੋਂ ਔਰ ਵਿਦਿਆਰਥੀਆਂ ਨੂੰ, ਖੋਜਾਰਥੀਆਂ ਨੂੰ ਜਿਹੜੇ ਪੜ੍ਹਨ ਦੇ ਯੋਗ ਨੇ ਲੋਕ, ਉਹਨਾਂ ਦੇ ਵਿੱਚ ਵੰਡੀਆਂ ਨੇ। ਸੋ ਅਸੀਂ ਇਹ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਚੰਗਾ ਸਾਹਿਤ ਜਿਹੜਾ ਹੈਗਾ ਵਿਦਿਆਰਥੀਆਂ ਤੱਕ ਪਹੁੰਚੇ। ਇਸ ਤਰ੍ਹਾਂ ਜਿਵੇਂ ਮੈਂ ਕਿਹਾ ਕਿ ਮੇਰੀਆਂ ਆਪਣੀਆਂ ਜਿਹੜੀਆਂ ਪੁਸਤਕਾਂ ਨੇ ਉਹ ਵੀ ਅਸੀਂ ਵਿਦਿਆਰਥੀਆਂ ਨੂੰ ਦਿੰਦੇ ਹਾਂ। ਤਾਂ ਹਰ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵਿਦਿਆਰਥੀ ਭਲਾਈ ਫੰਡ ਜਿਹੜਾ ਹੈਗਾ ਉਹ ਬਣਾਇਆ, ਉਹਦੇ ਵਿੱਚ ਵਿਦਿਆਰਥੀ ਵੀ ਥੋੜ੍ਹਾ ਬਹੁਤ ਆਪਣਾ ਹਿੱਸਾ ਪਾਉਂਦੇ ਨੇ, ਉਹਦੇ ਵਿੱਚ ਅਸੀਂ ਵੀ ਆਪਣਾ ਹਿੱਸਾ ਪਾਉਂਦੇ ਹਾਂ। ਉਹਦੇ ਵਿੱਚ ਜਿਹੜੇ ਵੀ ਲੋੜਵੰਦ ਵਿਦਿਆਰਥੀ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਦੇ ਹੈਲਪ ਜਿਹੜੀ ਹੈਗੀ ਪੈਸਿਆਂ ਦੇ ਰਾਹੀਂ ਉਹ ਕਰਦੇ ਹਾਂ। ਸਾਡੇ ਕੋਲੇ ਹੌਲੀ ਹੌਲੀ ਖਜ਼ਾਨਾ ਜਿਹੜਾ ਹੈਗਾ ਇਕੱਠਾ ਹੋ ਰਿਹਾ ਹੈ। ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਔਰ ਹੋਣਹਾਰ ਵਿਦਿਆਰਥੀ ਜਿਹੜੇ ਕੁਝ ਬਣਨਾ ਚਾਹੁੰਦੇ ਨੇ ਜ਼ਿੰਦਗੀ ਦੇ ਵਿੱਚ, ਉਹ ਉਹਨਾਂ ਦੀ ਜਿਹੜੀ ਮਿਹਨਤ ਅਜਾਈ ਨਾ ਜਾਏ। ਉਹ ਜਦੋਂ ਇੱਕ ਵਾਰੀ ਸਾਡੇ ਕੋਲੇ ਆ ਜਾਣ ਤਾਂ ਉਹ ਇੱਥੋਂ ਕੁਝ ਬਣ ਕੇ ਨਿਕਲਣ, ਇੱਥੋਂ ਕੁਛ ਨਾ ਕੁਛ ਉਹਨਾਂ ਨੂੰ ਲੱਗੇ ਕਿ ਯੂਨੀਵਰਸਿਟੀ ਤੋਂ ਅਸੀਂ ਬਣ ਕੇ ਕੁਛ, ਚਾਹੇ ਡਾਕਟਰ ਬਣ ਕੇ ਜਾਂ ਅਸੀਂ MPhil ਕਰਕੇ ਜਾਂ ਕੁਛ ਹੋਰ ਚੰਗੀ ਜਿਹੜੀ ਜੌਬ ਲੈ ਕੇ ਅਸੀਂ ਇੱਥੋਂ ਨਿਕਲਣਾ ਹੈ। ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਦੇ ਵਿੱਚ ਜਿਹੜੀ ਨਿਰਾਸ਼ਾ ਅੱਜ ਦੇ ਦੌਰ 'ਚ ਆਪਾਂ ਦੇਖ ਰਹੇ ਹਾਂ ਉਸ ਨੂੰ ਦੂਰ ਕਰਕੇ ਅਸੀਂ ਉਹਨਾਂ ਦੇ ਵਿੱਚ ਆਸ਼ਾਵਾਦੀ ਜਿਹੜੇ ਵਿਚਾਰ ਨੇ, ਪ੍ਰਗਤੀਸ਼ੀਲ ਵਿਚਾਰ ਨੇ, ਉਹ ਭਰੀਏ। ਜੀ ਬਿਲਕੁਲ। ਸਾਡੀ ਕੋਸ਼ਿਸ਼ ਹੁੰਦੀ ਹੈ। ਵੈਸੇ ਤਾਂ ਦਰਸ਼ਕ ਬਾਖੂਬੀ ਜਿਹੜਾ ਉਹਨਾਂ ਨੇ ਸਮਝ ਲਿਆ ਹੋਣਾ ਕਿ ਡਾਕਟਰ ਸਾਹਿਬ ਨੇ ਕਿੱਦਾਂ ਸੰਘਰਸ਼ ਕਰਕੇ ਜਿਹੜਾ ਉਹ ਜ਼ਿੰਦਗੀ ਦੇ ਇਸ ਮਕਾਮ ਤੱਕ ਪਹੁੰਚੇ ਨੇ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਜਿਹੜੇ ਲੋਕ ਜ਼ਿੰਦਗੀ ਦੀ ਜੰਗ ਨੂੰ ਹਾਰ ਜਾਂਦੇ ਨੇ, ਜਿਹੜੇ ਲੋਕ ਬਹੁਤ ਛੇਤੀ ਜਿਹੜਾ ਉਹ ਮਾੜੀਆਂ ਮੋਟੀਆਂ ਮੁਸੀਬਤਾਂ ਤੋਂ ਘਬਰਾ ਜਾਂਦੇ ਨੇ, ਤੁਸੀਂ ਤਾਂ ਬਹੁਤ ਕੁਝ ਦੇਖਿਆ ਜ਼ਿੰਦਗੀ 'ਚ, ਉਹਨਾਂ ਨੂੰ ਅਖੀਰ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
ਸੁਖਵਿੰਦਰ ਜੀ, ਮੈਂ ਇਹੀ ਕਹਿਣਾ ਚਾਹਾਂਗਾ ਕਿ ਜ਼ਿੰਦਗੀ ਇੱਕ, ਮੈਂ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਜਿਹੜਾ ਜੀਵਨ ਹੈ ਇਹ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਜੀਵਨ ਮਨੁੱਖ ਦਾ ਜੀਵਨ ਮੰਨਿਆ ਜਾਂਦਾ ਹੈ। ਬਿਲਕੁਲ। ਸਾਰੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ, ਅਦਰਵਾਈਜ਼ ਵੀ, ਕਿਉਂਕਿ ਮਨੁੱਖ ਕੋਲ ਇੱਕ ਐਸੀ ਚੇਤਨਾ ਹੈ, ਐਸਾ ਦਿਮਾਗ ਹੈ ਜਿਹਦੇ ਰਾਹੀਂ ਉਹ ਦੂਜਿਆਂ ਦਾ ਭਲਾ ਕਰ ਸਕਦਾ ਹੈ, ਦੂਜਿਆਂ ਲਈ ਲੜ ਸਕਦਾ ਹੈ, ਇੱਕ ਸੋਹਣਾ ਸਮਾਜ ਬਣਾ ਸਕਦਾ ਹੈ, ਇੱਕ ਸੁੰਦਰ ਜ਼ਿੰਦਗੀ ਬਤੀਤ ਕਰ ਸਕਦਾ ਹੈ। ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਵੀ ਨਿਰਾਸ਼ਾਵਾਦੀ ਜਿਹੜੇ ਸਾਡੇ ਵਿਚਾਰ ਇਸ ਵੇਲੇ ਸਾਡਾ ਸਮਾਜ ਦੇ ਵਿੱਚ ਉਹ ਭਰੇ ਜਾ ਰਹੇ ਨੇ, ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ, ਉਸ ਨੂੰ ਸਟਰਗਲ ਦੇ ਨਾਲ, ਸੰਘਰਸ਼ ਦੇ ਨਾਲ ਖਤਮ ਕਰਨ ਦੀ ਲੋੜ ਹੈ। ਬਿਲਕੁਲ। ਮੈਂ ਇਹ ਕਹਾਂਗਾ ਕਿ ਇੱਕੋ ਇੱਕ ਸਾਡੇ ਕੋਲ ਰਸਤਾ ਹੈ, ਉਹ ਹੈ ਸੰਘਰਸ਼ ਦਾ ਰਸਤਾ। ਜੇ ਅਸੀਂ ਉਸ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਜਾਂ ਉਸ ਮਾੜੀ ਜਿਹੜੀ ਸੰਗਤ ਤੋਂ ਜਾਂ ਮਾੜੇ ਵਿਚਾਰਾਂ ਤੋਂ ਅਸੀਂ ਕੋਈ ਖਹਿੜਾ ਛੁਡਾ ਕੇ ਇੱਕ ਨਵੀਂ ਜ਼ਿੰਦਗੀ, ਨਵਾਂ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਉਹਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਔਰ ਨਿਰਾਸ਼ਾਵਾਦ ਦਾ ਕੋਈ ਵੀ ਜਿਹੜਾ ਹੈਗਾ ਉਹ ਸਾਡੇ ਵਿੱਚ ਕੋਈ ਅੰਸ਼ ਜਿਹੜਾ ਹੈ ਨਹੀਂ ਹੋਣਾ ਚਾਹੀਦਾ। ਸੋ ਇੱਕੋ ਇੱਕ ਤਰੀਕਾ ਹੈ ਆਸ਼ਾਵਾਦੀ ਹੋਣਾ, ਪ੍ਰਗਤੀਸ਼ੀਲ ਹੋਣਾ ਔਰ ਆਪਣਾ ਨਿਸ਼ਾਨਾ ਜਿਹੜਾ ਹੈਗਾ ਰੱਖਣਾ ਕਿ ਮੈਂ ਜ਼ਿੰਦਗੀ ਦੇ ਵਿੱਚ ਆਹ ਬਣਨਾ ਹੈ ਤਾਂ ਉਹਦੇ ਲਈ ਮਿਹਨਤ ਕਰਨੀ। ਉਹਦੇ ਲਈ ਇੱਕੋ ਇੱਕ ਹੈ ਕਿ ਮਿਹਨਤ ਜਿੰਨੀ ਅਸੀਂ ਕਰਾਂਗੇ ਔਰ ਆਸ਼ਾਵਾਦੀ ਤਰੀਕੇ ਨਾਲ ਕਰਾਂਗੇ ਤਾਂ ਅਸੀਂ ਲਾਜ਼ਮੀ ਤੌਰ ਤੇ ਇੱਕ ਨਾ ਇੱਕ ਦਿਨ ਜ਼ਰੂਰ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਔਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗੇ। ਮੇਰੀ ਆਪਣੇ ਵਿਦਿਆਰਥੀਆਂ ਨੂੰ, ਆਪਣੇ ਜਿਹੜੇ ਸੁਣਨ ਵਾਲੇ ਦਰਸ਼ਕਾਂ ਨੂੰ ਇਹੀ ਮੇਰੀ ਗੁਜ਼ਾਰਿਸ਼ ਹੈ ਕਿ ਆਪਾਂ ਸੰਘਰਸ਼ ਦਾ ਰਾਹ ਨਾ ਛੱਡੀਏ ਔਰ ਚੰਗੀ ਸੋਚ, ਪੋਜ਼ਿਟਿਵ ਸੋਚ ਜਿਹੜੀ ਹੈਗੀ ਹੈ ਲੈ ਕੇ ਆਈਏ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ। ਸੋ ਸ਼ਖਸੀਅਤ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾਕਟਰ ਭੀਮਿੰਦਰ ਸਿੰਘ। ਤੁਸੀਂ ਜਾਣ ਹੀ ਲਿਆ ਹੋਣਾ ਕਿ ਕਿਵੇਂ ਰਿਕਸ਼ਾ ਚਾਲਕ, ਸਬਜ਼ੀ ਵੇਚਣ ਤੋਂ ਲੈ ਕੇ ਡਾਕਟਰ ਸਾਹਿਬ ਅੱਜ ਇੱਕ ਵਿਭਾਗ ਦੇ ਮੁਖੀ ਬਣ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਲੋੜ ਤਾਂ ਇਹ ਹੈ ਕਿ ਅਸੀਂ ਸ਼ਖਸੀਅਤਾਂ ਨੂੰ ਇਸ ਕਰਕੇ ਤੁਹਾਡੇ ਰੂਬਰੂ ਕਰ ਰਹੇ ਹਾਂ ਕਿ ਤੁਸੀਂ ਜਿਹੜੇ ਨੌਜਵਾਨ, ਅੱਜ ਦੀ ਪੀੜ੍ਹੀ ਜੋ ਹੈ ਉਹ ਇਹਨਾਂ ਤੋਂ ਸਬਕ ਲਵੇ, ਸਿੱਖਿਆ ਲਵੇ ਤੇ ਆਪਣੀ ਜ਼ਿੰਦਗੀ ਨੂੰ ਰੁਸ਼ਨਾਵੇ, ਆਪਣੇ ਪਰਿਵਾਰ ਦਾ ਨਾਮ ਉੱਚਾ ਕਰੇ, ਆਪਣੀ ਕੁੱਲ ਦਾ ਨਾਮ ਉੱਚਾ ਕਰੇ। ਚਾਹੀਦਾ ਤਾਂ ਇਹੀ ਹੈ ਕਿ ਅਸੀਂ ਇਹਨਾਂ ਤੋਂ ਸਿੱਖੀਏ ਕਿ ਕਿਸ ਤਰ੍ਹਾਂ ਇਸ ਮੁਕਾਮ ਤੱਕ, ਇਸ ਮੰਜ਼ਿਲ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ, ਕਿਵੇਂ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਨੇ ਉਹਨਾਂ ਸਾਰਿਆਂ ਦੇ ਨਾਲ ਤੁਸੀਂ ਜਿਹੜਾ ਉਹ 2-4 ਹੁੰਦੇ ਆ ਜ਼ਿੰਦਗੀ ਵਿੱਚ ਕਾਮਯਾਬ ਹੋਣਾ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਅਗਲੀ ਵਾਰ ਅਸੀਂ ਕਿਸੇ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ ਕਿ ਉਹ ਕਿਸ ਤਰ੍ਹਾਂ, ਕਿਵੇਂ ਉਲਝਣਾਂ ਚੋਂ, ਮੁਸ਼ਕਲਾਂ ਵਿੱਚੋਂ ਲੰਘਦੇ ਹੋਏ ਜਿਹੜਾ ਉਹ ਚਾਨਣ ਮੁਨਾਰਾ ਬਣਦੇ ਨੇ। ਇਜਾਜ਼ਤ ਦਿਓ, ਧੰਨਵਾਦ।